ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ ਜੀ ਔਰ ਇੰਦਰਪ੍ਰੀਤ ਜੀ। ਦੋਨਾਂ ਨੂੰ ਜੀ ਆਇਆਂ, ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅਸੀਂ ਵਿਰੋਧਾਭਾਸ ਦੇ ਦੌਰ 'ਚ ਜੀ ਰਹੇ ਹਾਂ। ਕਈ ਤਰ੍ਹਾਂ ਦੀਆਂ ਕੰਟਰਾਡਿਕਸ਼ਨਸ ਨੇ, ਕਈ ਤਰ੍ਹਾਂ ਦੀ ਕਨਫਿਊਜ਼ਨ ਹੈ ਔਰ ਇਸ ਭੰਬਲ ਭੋਸੇ ਦੇ ਦਰਮਿਆਨ ਦੇ ਵਿੱਚ ਕੱਲ ਪੰਜਾਬ ਸਰਕਾਰ ਹਾਈ ਕੋਰਟ ਦੇ ਵਿੱਚ ਇੱਕ ਐਫੀਡੇਵਿਟ ਦਾਇਰ ਕਰਦੀ ਹੈ। ਉਸ ਤੋਂ ਬਾਅਦ ਆਈਜੀ ਸੁਖਚੈਨ ਸਿੰਘ ਗਿੱਲ ਸਾਹਮਣੇ ਆਉਂਦੇ ਆ, ਉਹ ਕੁਝ ਦਾਅਵੇ ਕਰਦੇ ਆ। ਫਿਰ ਉਸ ਤੋਂ ਬਾਅਦ ਇੱਕ ਵੀਡੀਓ ਨੰਗਲ ਅੰਬੀਆਂ ਪਿੰਡ ਤੋਂ ਵਾਇਰਲ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਵਿੱਚ ਬਰੇਜਾਕਾਰ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਆਪਣੇ ਇੱਕ ਸਾਥੀ ਨਾਲ ਬਾਈਕ ਤੇ ਨਿਕਲਦਾ ਨਜ਼ਰ ਆ ਰਿਹਾ। ਇਹਦੇ ਉੱਤੇ ਵੀ ਲੋਕ ਕਈ ਤਰ੍ਹਾਂ ਦੇ ਸਵਾਲ ਕਰ ਰਹੇ ਆ ਕਿ ਕੀ ਉਹ ਅੰਮ੍ਰਿਤਪਾਲ ਹੈ ਜਾਂ ਕੋਈ ਹੋਰ ਹੈ, ਔਰ ਇਹ ਸਾਰੇ ਸਵਾਲ ਐਡਰੈਸ ਕਰਦੇ ਆ। ਇਨ ਦਾ ਮੀਨ ਟਾਈਮ ਇੱਕ ਥਿਊਰੀ ਇੱਕ ਅਖਬਾਰ 'ਚ ਛਪਦੀ ਹੈ ਕਿ ਜਦੋਂ ਅੰਮ੍ਰਿਤਪਾਲ ਸਿੰਘ ਹਰੀਕੇ ਪੱਤਨ ਤੇ ਪਹੁੰਚਦਾ ਤੇ ਉਸ ਤੋਂ ਬਾਅਦ ਉਹਨੂੰ ਕਿਵੇਂ ਚੇਂਜ ਕੀਤਾ ਜਾਂਦਾ, ਉਹਦੇ ਪਿੱਛੇ ਕਿਵੇਂ ਪੁਲਿਸ ਜਾਂਦੀ ਹੈ ਤੇ ਫਿਰ ਉਹ ਕਿਵੇਂ ਅਸਕੇਪ ਰੂਟ ਕਿੱਥੋਂ ਹੁੰਦਾ, ਕਿਵੇਂ ਉਹ ਨਿਕਲਦਾ, ਸਾਰੀਆਂ ਗੱਲਾਂ ਨਾਲ ਭਾਸਕਰ ਸਰ ਤੁਹਾਨੂੰ ਸਾਂਝ ਪਾਉਂਦੇ ਆ। ਦੂਜੀ ਗੱਲ, ਦੋ ਤਿੰਨ ਖਬਰਾਂ ਜਿਹੜੀਆਂ ਅੱਜ ਦਿਨ ਭਰ ਦੇ ਵਿੱਚ ਤੁਹਾਨੂੰ ਲਗਾਤਾਰ ਨਾਲ ਤੋਰਨਗੀਆਂ। ਇੱਕ ਤਾਂ ਹੈ ਵਿਧਾਨ ਸਭਾ ਦਾ ਸੈਸ਼ਨ। ਵਿਧਾਨ ਸਭਾ ਦੇ ਇਸ ਸੈਸ਼ਨ ਦੇ ਵਿੱਚ ਨਸ਼ਿਆਂ ਦੇ ਉੱਤੇ ਬਹਿਸ ਹੋਣੀ ਸੀ। ਬਹਿਸ ਹੋ ਸਕੂਗੀ ਕਿ ਨਹੀਂ, ਕਿਉਂਕਿ ਵਿਰੋਧੀ ਧਿਰ ਕੰਮ ਰੋਕੂ ਮਤਾ ਪੇਸ਼ ਕਰਨ ਜਾ ਰਹੀ ਆ ਅਮਨ ਕਾਨੂੰਨ ਦੇ ਮਾਮਲੇ ਤੇ। ਸਰਕਾਰ ਨੇ ਜਿਹੜਾ ਬਿਜ਼ਨਸ ਪੇਸ਼ ਕਰਨਾ ਹੈ ਉਹਦੇ 'ਚ ਦੋ ਮਤਾਂ ਬਹੁਤ ਅਹਿਮ ਨੇ। ਇੱਕ ਤਾਂ ਹੈਗੀ ਆ ਜਿਹੜਾ ਪਾਣੀਆਂ ਤੇ ਸੈਸ ਹਿਮਾਚਲ ਨੇ ਲਾਇਆ ਕਿ ਉਹਦੇ ਉੱਤੇ ਇੱਕ ਮਤਾ ਲੈ ਕੇ ਆ ਰਿਹਾ, ਉਹਦੇ ਖਿਲਾਫ ਮਤਾ ਲੈ ਰਿਹਾ। ਤੇ ਦੂਜਾ ਮਾਮਲਾ ਹੈਗਾ ਜਿਹੜਾ ਐਸਸੀ ਕਮਿਸ਼ਨ ਦੇ ਮਾਮਲੇ 'ਚ ਮੈਂਬਰਾਂ ਦੀ ਗਿਣਤੀ ਘਟਾਉਣ ਵਾਲਾ। ਇਹਦੇ ਉੱਤੇ ਇੰਦਰਪ੍ਰੀਤ ਜੀ ਤੁਹਾਨੂੰ ਜਾਣਕਾਰੀ ਦੇਣਗੇ, ਇਹਨਾਂ ਨੇ ਸਾਰੀ ਨਜ਼ਰ ਰੱਖੀ ਹੋਈ ਹੈ। ਇਹਦੇ ਨਾਲ ਹੀ ਵਿਜੀਲੈਂਸ ਪੰਜਾਬ ਦੇ ਚੀਫ ਸੈਕਟਰੀ ਨੂੰ ਕੁਝ ਕਹਿ ਰਹੀ ਹੈ। ਕੁਝ ਮਾਮਲਿਆਂ ਦੇ ਵਿੱਚ ਵੱਡੇ ਬੰਦਿਆਂ ਨੂੰ ਗ੍ਰਿਲ ਕੀਤਾ ਗਿਆ, ਲੇਕਿਨ ਇੱਕ ਪੱਤਰ ਰਾਹੀਂ ਕੁਝ ਬੇਨਿਯਮੀਆਂ, ਕੁਝ ਹਵਾਲੇ ਉਹਨਾਂ ਦਾ ਜ਼ਿਕਰ ਕਰਾਂਗੇ। ਤੇ ਚੌਥੀ ਗੱਲ ਜਿਹੜੀ ਆ, ਕੱਲ ਸੁਪਰੀਮ ਕੋਰਟ ਇਸ ਗੱਲ ਤੇ ਲਗਭਗ ਸਹਿਮਤ ਹੁੰਦੀ ਦਿਸੀ ਕਿ ਜਿਹੜਾ ਸਿਆਸੀ ਪਾਰਟੀਆਂ ਨੂੰ ਚੰਦਾ ਮਿਲਦਾ ਹੈ ਉਹ ਬੌਂਡਸ ਦੇ ਰੂਪ ਦੇ ਵਿੱਚ ਜੋ ਵਾਪਰ ਰਿਹਾ ਉਹ ਏਕਾਧਿਕਾਰ ਬਣਦਾ ਜਾ ਰਿਹਾ ਤੇ ਫਿਰ ਉਹਦੇ ਵਿੱਚ ਟਰਾਂਸਪੇਰੈਂਸੀ ਨਹੀਂ, ਇਸ ਦੋਸ਼ ਲੱਗਦੇ ਰਿਹਾ। ਇਹ ਮਾਮਲਾ ਸੰਵਿਧਾਨਕ ਬੈਂਚ ਦੇ ਹਵਾਲੇ ਕੀਤਾ ਜਾ ਸਕਦਾ। ਭਾਸਕਰ ਸਾਹਿਬ, ਖਬਰਾਂ ਬੇਸ਼ੁਮਾਰ ਨੇ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਅਸੀਂ ਉਸੇ ਥਿਊਰੀ ਤੇ ਜਾਵਾਂਗੇ। ਹਾਈ ਕੋਰਟ ਤੋਂ ਪੁਲਿਸ ਦਾ ਪੱਖ, ਇੱਕ ਹਾਈ ਕੋਰਟ 'ਚ ਪੱਖ, ਇੱਕ ਪਬਲਿਕ 'ਚ ਪੱਖ ਪੀਸੀ ਦੇ ਰੂਪ 'ਚ, ਇਸ ਤੋਂ ਬਾਅਦ ਵਾਇਰਲ ਵੀਡੀਓਜ਼ ਤੇ ਉਸ ਤੋਂ ਬਾਅਦ ਜਿਹੜੀਆਂ ਛਣ ਕੇ ਪ੍ਰਕਾਸ਼ਿਤ ਹੋ ਰਹੀਆਂ ਖਬਰਾਂ ਜਿਹੜੀਆਂ ਪੁਲਿਸ ਵੱਲੋਂ ਜਾਂ ਹੋਰ ਸੋਰਸਸ ਤੋਂ ਆ ਰਹੀਆਂ ਨੇ, ਉਹਨਾਂ ਸਾਰੀਆਂ ਨੂੰ ਇੱਕ ਰਿਪੋਰਟ ਬਣਾ ਕੇ ਅੱਗੇ ਵਧਾਇਓ ਜ਼ਰਾ। ਰੰਧਾਵਾ ਜੀ, ਇੱਕ ਸਵਾਲ ਬੜਾ ਵੱਡਾ ਖੜਾ ਹੋ ਗਿਆ ਸੀ ਮਾਰਚ 18 ਤੋਂ ਬਾਅਦ ਕਿ ਅੰਮ੍ਰਿਤਪਾਲ ਕਿੱਥੇ ਹੈ। ਇੰਨਾ ਵੱਡਾ ਪੁਲਿਸ ਦਾ ਆਪਰੇਸ਼ਨ, ਪਰ ਅੰਮ੍ਰਿਤਪਾਲ ਦਾ ਨਾਂ ਫੜਿਆ ਜਾਣਾ ਇੱਕ ਸਵਾਲ ਬਣਿਆ ਹੋਇਆ ਸੀ ਪੂਰੇ ਪੰਜਾਬ ਦੇ ਵਿੱਚ। ਔਰ ਕੁਝ ਪਰਸੈਪਸ਼ਨ ਵੀ ਇਦਾਂ ਦੀ ਬਣ ਰਹੀ ਸੀ ਕਿ ਅੰਮ੍ਰਿਤਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਤੇ ਕਰ ਲਿਆ, ਪਰ ਹਜੇ ਤੱਕ ਸ਼ੋਅ ਨਹੀਂ ਕਰ ਰਹੇ। ਇਸ ਮੁੱਦੇ ਦੇ ਉੱਤੇ ਕੱਲ ਹਾਈ ਕੋਰਟ ਦੇ ਵਿੱਚ ਵਿਨੋਦ ਕਈ ਐਡਵੋਕੇਟ ਜਨਰਲ ਇੱਕ ਐਫੀਡੇਵਿਟ ਦਿੰਦੇ ਨੇ, ਉਹਦੇ ਵਿੱਚ ਕਲੈਰਿਟੀ ਲੈ ਕੇ ਆਉਂਦੇ ਨੇ ਕਿ ਅੰਮ੍ਰਿਤਪਾਲ ਨੂੰ ਨਾ ਤੇ ਪੁਲਿਸ ਨੇ ਹਜੇ ਤੱਕ ਫੜਿਆ ਔਰ ਨਾ ਹੀ ਡਿਟੇਨ ਕੀਤਾ। ਉਸ ਤੋਂ ਬਾਅਦ ਸੁਖਚੈਨ ਸਿੰਘ ਗਿੱਲ ਜਿਹੜੇ ਆਈਜੀ ਲਾਅ ਐਂਡ ਆਰਡਰ ਹੈਗੇ ਨੇ, ਇਸੇ ਦੌਰਾਨ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਟਿੱਪਣੀ ਹੁੰਦੀ ਆ ਕਿ 80,000 ਦੀ ਪੁਲਿਸ ਫੋਰਸ ਔਰ ਇੱਕ ਬੰਦਾ ਕਿਵੇਂ ਨਿਕਲ ਜਾਂਦਾ, ਪੁਲਿਸ ਦੀ ਇਸ ਕਹਾਣੀ ਤੇ ਸਾਨੂੰ ਯਕੀਨ ਨਹੀਂ ਆ ਰਿਹਾ। ਇਹ ਨਾਲ ਟਿੱਪਣੀ ਹੁੰਦੀ ਹੈ ਜੀ। ਹੁਣ ਅੱਗੇ ਜਾਓ ਜੀ। ਟਿੱਪਣੀ ਵੀ ਹੁੰਦੀ ਹੈ ਔਰ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਥੋੜੀ ਖਿਚਾਈ ਵੀ ਹੁੰਦੀ ਹੈ। ਪਰ ਸੁਖਚੈਨ ਸਿੰਘ ਗਿੱਲ ਆਈਜੀ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਨੇ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਈ ਗੱਲਾਂ ਦਾ ਖੁਲਾਸਾ ਕਰਦੇ ਨੇ ਔਰ ਹਾਈ ਕੋਰਟ ਦੇ ਵਿੱਚ ਦਿੱਤੇ ਹੋਏ ਐਫੀਡੇਵਿਟ ਨੂੰ ਇੱਕ ਤਰੀਕੇ ਨਾਲ ਸਬਸਟੈਂਸ਼ੀਏਟ ਕਰਦੇ ਨੇ ਕਿ ਕਿਸ ਤਰੀਕੇ ਨਾਲ ਉਹ ਭੱਜਿਆ ਔਰ ਕਿੱਥੇ ਉਹਨੇ ਕੱਪੜੇ ਬਦਲੇ ਤੇ ਉਸ ਤੋਂ ਬਾਅਦ ਮੋਟਰਸਾਈਕਲ ਤੇ ਚਲਾ ਗਿਆ। ਸੁਖਚੈਨ ਸਿੰਘ ਗਿੱਲ ਇਸ ਗੱਲ ਦੇ ਉੱਤੇ ਬਿਲਕੁਲ ਕਲੈਰਿਟੀ ਦੇ ਨਾਲ ਜਾਂਦੇ ਨੇ ਕਿ ਉਹਨੇ ਆਪਣੀ ਗੱਡੀ ਚੇਂਜ ਕੀਤੀ, ਉਹ ਬਰੀਜ਼ਾ ਦੇ ਵਿੱਚ ਗਿਆ, ਫਿਰ ਨੰਗਲ ਅੰਬੀਆ ਪਿੰਡ ਦੇ ਇੱਕ ਗੁਰਦੁਆਰੇ ਦੇ ਵਿੱਚ ਪਹੁੰਚਦੇ ਨੇ ਔਰ ਉੱਥੇ ਦੇ ਗ੍ਰੰਥੀ ਰਣਜੀਤ ਸਿੰਘ ਉਹਨਾਂ ਦੇ ਨਾਲ ਉਹ ਗੱਲ ਕਰਦੇ ਨੇ ਕਿ ਵੀ ਉਹ ਜਦ ਉਹਨਾਂ ਨੂੰ ਪਤਾ ਲੱਗਦਾ, ਰਣਜੀਤ ਸਿੰਘ ਉਹਨਾਂ ਦਾ ਜਿਹੜਾ ਬਿਆਨ ਹੈ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਬਾਹਰ ਅੰਮ੍ਰਿਤਪਾਲ ਆਏ ਨੇ ਔਰ ਮੈਨੂੰ ਇਹ ਲੱਗਿਆ ਕਿ ਇੰਨੇ ਵੱਡੇ ਬੰਦੇ, ਯਾਨੀ ਵਾਰਿਸ ਪੰਜਾਬ ਦੇ ਤੇ ਬਹੁਤ ਵੱਡੇ ਹੋ ਗਏ ਸੀ ਅੱਜ ਕੱਲ, ਔਰ ਵੱਡਾ ਕਿੱਤਾ ਕਿੰਨੇ ਸੀ ਇਹ ਤੇ ਹਜੇ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ, ਪਰ ਕਹਿੰਦੇ ਅੰਮ੍ਰਿਤਪਾਲ ਉਹਨਾਂ ਆਏ ਨੇ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਜਦੋਂ ਅੰਮ੍ਰਿਤਪਾਲ ਮਿਲਿਆ ਕਿ ਵੀ ਮੈਨੂੰ ਕੁਝ ਕੱਪੜੇ ਚਾਹੀਦੇ ਨੇ, ਉਹਨਾਂ ਦੀ ਪਤਨੀ ਨੂੰ ਉਹਨਾਂ ਨੇ ਇਹ ਗੱਲ ਕਹੀ, ਉਹ ਕੱਪੜੇ ਲੈ ਕੇ ਦਿੱਤੇ। ਫਿਰ ਕਹਿੰਦੇ ਰੋਟੀ ਰਾਟੀ ਬਣੀ ਹੋਈ ਹੈ, ਰੋਟੀ ਖਾਈ। 45 ਮਿੰਟ ਦੇ ਵਿੱਚ ਉਹਨਾਂ ਨੇ ਇਸ਼ਨਾਨ ਤੱਕ ਵੀ ਕੀਤਾ ਤੇ ਉਸ ਤੋਂ ਬਾਅਦ ਅੰਮ੍ਰਿਤਪਾਲ ਆਪਣੇ 4 ਵਿਅਕਤੀਆਂ ਨਾਲ ਉਸ ਵੀਜ਼ਾ ਦੇ ਵਿੱਚ ਬਾਹਰ ਚਲੇ ਜਾਂਦਾ ਹੈ। ਇਸ ਦੌਰਾਨ ਉਹ ਫੋਨ ਮੰਗਦਾ ਰਣਜੀਤ ਸਿੰਘ ਗ੍ਰੰਥੀ ਤੋਂ ਕਿ ਮੈਂ ਤੁਹਾਡਾ ਫੋਨ ਯੂਜ਼ ਕਰ ਸਕਦਾ। ਗ੍ਰੰਥੀ ਉਹਨਾਂ ਕਹਿੰਦੇ ਨੇ ਕਿ ਬਈ ਆਹ ਜਿਹੜਾ ਫੋਨ ਹੈ ਤੁਸੀਂ ਲੈ ਲਓ, ਪਰ ਮੈਨੂੰ ਵਾਪਸ ਜ਼ਰੂਰ ਕਰ ਦਿਓ। ਉਸ ਤੋਂ ਬਾਅਦ
ਅੰਮ੍ਰਿਤਪਾਲ ਕੁਝ ਦੂਰ ਯਾਨੀ ਉਸ ਗੁਰਦੁਆਰੇ ਤੋਂ ਬਾਹਰ ਨਿਕਲ ਕੇ ਇੱਕ ਫੋਨ ਕਰਕੇ ਬਾਅਦ ਚੋਂ ਚੌਂਕ ਦੇ ਵਿੱਚ ਰਣਜੀਤ ਸਿੰਘ ਨੂੰ ਉਹ ਫੋਨ ਵਾਪਸ ਵੀ ਕਰਦਾ ਹੈ ਤੇ ਬਾਅਦ ਚੋਂ ਟੋਲ ਪਲਾਜ਼ਾ ਤੋਂ ਇੱਕ ਫੋਟੋ ਨਸ਼ਰ ਹੁੰਦੀ ਹੈ ਜਿਹਦੇ ਵਿੱਚ ਅੰਮ੍ਰਿਤਪਾਲ ਨਿਕਲਦਾ ਹੈ ਔਰ ਉਸ ਤੋਂ ਬਾਅਦ 2 ਮੋਟਰਸਾਈਕਲ ਅੱਗੇ ਉਹਦੀ ਵੇਟ ਕਰ ਰਹੀ ਹੁੰਦੀ ਹੈ। ਇਸ ਦੌਰਾਨ ਕੱਪੜੇ ਚੇਂਜ ਕੀਤੇ ਸੀ, ਇੱਕ ਲੌਂਗ ਜੈਕਟ ਜੀ, ਇੱਕ ਚਸ਼ਮਾ ਔਰ ਪੱਗ ਪੁੱਗ ਸਭ ਕੁਝ ਉਹਨੇ ਰੂਪ ਬਦਲਿਆ ਸੀਗਾ। ਇਹ ਗੱਲ ਸੁਖਚੈਨ ਸਿੰਘ ਗਿੱਲ ਉਹਨਾਂ ਨੇ ਕਹੀ ਸੀ ਔਰ ਬਾਅਦ ਚੋਂ ਇਹਦੀ ਵੀਡੀਓ ਵੀ ਨਸ਼ਰ ਹੋਈ ਜਿਹਦੇ ਰਾਹੀਂ ਇਹ ਗੱਲ ਸਾਬਿਤ ਹੋਈ। ਹਾਲਾਂਕਿ ਹਜੇ ਵੀ ਇੱਕ ਸਵਾਲ ਹੈ ਕਿ ਉਹ ਜਿਹੜਾ ਮੋਟਰਸਾਈਕਲ ਤੇ ਪਿੱਛੇ ਰੂਪ ਬਦਲ ਕੇ ਜਿਹੜਾ ਬੈਠਿਆ ਸੀ ਕੀ ਉਹ ਵਾਕਈ ਅੰਮ੍ਰਿਤਪਾਲ ਸੀਗਾ? ਪਰ ਚਲੋ ਸਵਾਲ ਤੇ ਤੈਰਦੇ ਰਹਿੰਦੇ ਨੇ, ਪਰ ਜਵਾਬ ਦੇਣ ਦੀ ਪੁਲਿਸ ਨੇ ਜ਼ਰੂਰ ਕੋਸ਼ਿਸ਼ ਕੀਤੀ। ਔਰ ਉਸ ਤੋਂ ਇਲਾਵਾ ਇੱਕ ਭਾਸਕਰ ਸਾਹਿਬ, ਦੈਨਿਕ ਜਾਗਰਣ ਦੀ ਉਸ ਰਿਪੋਰਟ ਦਾ ਜ਼ਿਕਰ ਕਰਨਾ ਬਣਦਾ ਹੈ ਜਿਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਅੰਮ੍ਰਿਤਪਾਲ ਦਾ ਕਾਫਲਾ ਜਦੋਂ ਹਰੀਕੇ ਪੱਤਣ ਤੇ ਪਹੁੰਚਦਾ, ਜਿੱਥੇ ਨਾਕਾ ਲੱਗਿਆ ਹੁੰਦਾ, ਉੱਥੇ ਉਹਨਾਂ ਦੇ ਕਾਫਲੇ ਦੀ ਪਹਿਲੀ ਗੱਡੀ ਅੰਡੈਵਰ ਉਹਨੂੰ ਰੋਕ ਲਿਆ ਜਾਂਦਾ ਔਰ ਉਹ ਅੰਡੈਵਰ ਗੱਡੀ ਲਗਭਗ ਕਿਲੋਮੀਟਰ ਦੀ ਵਿੱਥ ਤੇ ਚੱਲ ਰਹੀ ਸੀ ਅੰਮ੍ਰਿਤਪਾਲ ਦੇ ਕਾਫਲੇ ਨਾਲੋਂ। ਇੰਜ ਲੱਗ ਰਿਹਾ, ਰਿਪੋਰਟ ਦੇ ਵਿੱਚ ਇੰਜ ਦਿਖਾਇਆ ਗਿਆ ਜਿਵੇਂ ਲੱਗ ਰਿਹਾ ਕਿ ਇਹ ਗੱਡੀ ਕਾਫਲੇ ਤੋਂ ਜਾਣਬੁੱਝ ਕੇ 1 ਕਿਲੋਮੀਟਰ ਦੀ ਵਿੱਥ ਤੇ ਅੱਗੇ ਸੀ, ਜਿਹੜੀ ਉਹਨਾਂ ਨੂੰ ਪਿੱਛੇ ਸੂਚਨਾ ਦੇ ਦਿੰਦੀ ਹੈ ਕਿ ਇੱਥੇ ਨਾਕਾ ਲੱਗਿਆ ਹੋਇਆ। ਔਰ ਉਸ ਤੋਂ ਬਾਅਦ ਅੰਮ੍ਰਿਤਪਾਲ ਦਾ ਕਾਫਲਾ ਸ਼ਾਹਕੋਟ ਨੂੰ, ਹਰੀਕੇ ਪੱਤਣ ਤੋਂ ਪਹਿਲਾਂ ਹੀ ਸ਼ਾਹਕੋਟ ਨੂੰ ਮੁੜ ਜਾਂਦਾ, ਲਿੰਕ ਰੋਡਸ ਦੇ ਰਾਹੀਂ ਸ਼ਾਹਕੋਟ ਨੂੰ ਚਲੇ ਜਾਂਦਾ। ਹੁਣ ਇਸ ਗੱਲ ਨੂੰ ਅੱਗੇ ਵਧਾਓ। ਜਿਸ ਤਰੀਕੇ ਨਾਲ ਉਹ ਗੱਡੀਆਂ ਦਾ ਕਾਫਿਲਾ ਸ਼ਾਹਕੋਟ ਵੱਲ ਮੁੜ ਜਾਂਦਾ ਹੈ ਔਰ ਗੱਡੀਆਂ ਦੀ ਰਫ਼ਤਾਰ ਹੁੰਦੀ ਹੈ ਬਹੁਤ ਤੇਜ਼, ਔਰ ਕਿਉਂਕਿ ਅੱਗੇ ਚੱਲ ਕੇ ਉਹ ਅੰਮ੍ਰਿਤਪਾਲ ਦੇ ਕਾਫਿਲੇ ਨੂੰ ਵੀ ਪਤਾ ਹੁੰਦਾ ਹੈ ਕਿ ਪੁਲਿਸ ਨੇ ਚਾਰੋਂ ਤਰਫ ਤੋਂ ਘੇਰਿਆ ਹੋਇਆ ਹੈ, ਉਹ ਗਲੀਆਂ ਦਾ ਰੁਖ ਲੈ ਲੈਂਦੇ ਨੇ ਮਹਿਤਪੁਰ ਵਾਲੀ ਸਾਈਡ ਔਰ ਗੱਡੀਆਂ ਦੀ ਰਫ਼ਤਾਰ ਉਹਨਾਂ ਗਲੀਆਂ ਦੇ ਵਿੱਚ ਵੀ 170 ਦੀ ਹੁੰਦੀ ਹੈ। ਪੁਲਿਸ ਦੀ ਜਿਹੜੀ ਗੱਡੀਆਂ ਸੀਗੀ ਉਹ ਸਕਾਰਪੀਓ ਸੀ ਔਰ ਸਕਾਰਪੀਓ 170 ਤੇ ਜਦ ਸਪੀਡ ਫੜਦੀ ਹੈ ਤੇ ਧੂਆਂ ਛੱਡਣੀ ਸ਼ੁਰੂ ਹੋ ਜਾਂਦੀ ਹੈ ਤੇ 2 ਕਿਲੋਮੀਟਰ ਦਾ ਗੈਪ ਪੁਲਿਸ ਦੀ ਗੱਡੀਆਂ ਦਾ ਔਰ ਅੰਮ੍ਰਿਤਪਾਲ ਦੇ ਕਾਫਿਲੇ ਦਾ ਹੋ ਜਾਂਦਾ ਹੈ। ਇਸ ਦੌਰਾਨ ਗਲੀਆਂ ਦੇ ਵਿੱਚੋਂ ਗੱਡੀ ਨਿਕਲ ਕੇ ਕਿਸ ਪਾਸੇ ਜਾਂਦੀ ਹੈ ਔਰ ਇੱਕ ਪੁਲ ਦੇ ਚੜਨ ਤੋਂ ਬਜਾਏ ਪੁਲ ਦੇ ਥੱਲੇ ਦੀ ਤਰਫ ਚਲੀ ਜਾਂਦੀ ਹੈ ਔਰ ਉੱਥੇ ਕਥਿਤ ਤੌਰ ਤੇ ਅੰਮ੍ਰਿਤਪਾਲ ਗੱਡੀ ਚੇਂਜ ਕਰਦਾ ਹੈ ਤੇ ਬਰੀਦਾ ਦੇ ਵਿੱਚ ਸ਼ਿਫਟ ਹੁੰਦਾ ਹੈ। ਫਿਰ ਸਿੱਧਾ ਸੀਨ ਆਂਦਾ ਹੈ ਨੰਗਲ ਅੰਬੀਆਂ ਦੇ ਉਸ ਗੁਰਦੁਆਰੇ ਦਾ, ਜਿਸ ਗੁਰਦੁਆਰੇ ਦੇ ਵਿੱਚ ਅੰਮ੍ਰਿਤਪਾਲ ਆਪਣੇ 4 ਸਮਰਥਕਾਂ ਨਾਲ ਪਹੁੰਚਦਾ ਹੈ। 2 ਮੋਟਰਸਾਈਕਲ ਵਾਲੇ ਵੇਟ ਕਰ ਰਹੇ ਹੁੰਦੇ ਨੇ, ਇੱਕ ਮੋਟਰਸਾਈਕਲ ਦੇ ਪਿੱਛੇ ਬੈਠ ਕੇ ਕਥਿਤ ਤੌਰ ਤੇ ਅੰਮ੍ਰਿਤਪਾਲ, ਕਿਉਂਕਿ ਅਸੀਂ ਇਸ ਗੱਲ ਦੀ ਗਾਰੰਟੀ ਨਹੀਂ ਲੈਂਦੇ ਕਿ ਉਹ ਅੰਮ੍ਰਿਤਪਾਲ ਹੀ ਸੀਗਾ ਜਿਹਦੀ ਫੋਟੋ ਨਜ਼ਰ ਆ ਰਹੀ ਹੈ, ਪਰ ਉਹ ਭੱਜ ਜਾਂਦਾ ਉੱਥੇ। ਉਸ ਤੋਂ ਬਾਅਦ ਕਿੱਥੇ ਜਾਂਦਾ ਹੈ ਪੁਲਿਸ ਨੂੰ ਹਜੇ ਤੱਕ ਨਹੀਂ ਪਤਾ, ਪਰ ਨਾਲ ਦੇ ਨਾਲ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਬਹੁਤ ਸਾਰੀ ਗੱਲਾਂ ਹੋਰ ਵੀ ਨਿਕਲ ਕੇ ਆ ਰਹੀ ਹੈ। ਇੱਕ ਉਸ ਦਿਨ ਮਾਰਚ 18 ਮੈਂ ਕਲੀਅਰ ਕਰ ਦਿਆਂ, ਜਦੋਂ ਮਾਨਯੋਗ ਹਾਈ ਕੋਰਟ ਇਹ ਸ਼ੱਕ ਵਿਅਕਤ ਕਰਦੀ ਹੈ ਕਿ ਇੰਨੀ ਭਾਰੀ ਪੁਲਿਸ ਫੋਰਸ ਦੇ ਹੁੰਦੇ ਉਹ ਕਿਵੇਂ ਨਿਕਲ ਜਾਂਦਾ, ਔਰ ਆਮ ਲੋਕ ਵੀ ਐਵੇਂ ਹੀ ਸ਼ੱਕ ਕਰ ਰਹੇ ਆ, ਜਿਹੜਾ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਵਿਅਕਤੀ ਪਿੱਛੇ ਉਹਦੇ ਇੰਜ ਲੱਗਦਾ ਜਿਵੇਂ ਟਿੱਕਾ ਲੱਗਿਆ ਹੁੰਦਾ ਮੱਥੇ ਦੇ ਵਿੱਚ। ਦੂਜੀ ਗੱਲ, ਇੱਥੇ ਇਹ ਵੀ ਸਵਾਲ ਉੱਠਦਾ ਕਿ ਖਿਲਚੀਆਂ ਤੋਂ ਲੈ ਕੇ ਹਰੀਕੇ ਪੱਤਣ ਤੱਕ ਪੁਲਿਸ ਕੀ ਕਰ ਰਹੀ ਸੀਗੀ। ਜੇਕਰ ਬਹੁਤ ਫੂਲ ਪ੍ਰੂਫ ਤਰੀਕੇ ਨਾਲ ਇਹ ਸਭ ਬਣਾਇਆ ਗਿਆ ਸੀ, 17 ਤਰੀਕ ਨੂੰ ਗ੍ਰਹਿ ਮੰਤਰਾਲੇ ਵੱਲੋਂ ਉਹ ਸਾਈਨ ਹੋ ਗਈ ਸੀ ਲੈਟਰ ਜਿਹਦੇ ਵਿੱਚ ਇੰਟਰਨੈਟ ਬੰਦ ਕਰਨ ਦੀ ਗੱਲ ਸੀ, ਫਿਰ ਕੀ ਉਹਦੇ ਪਿੰਡ ਚੱਲਣ ਤੋਂ ਲੈ ਕੇ ਉਹਦੀ ਗ੍ਰਿਫਤਾਰੀ ਤੱਕ, ਜਿੱਥੇ ਉਹਨੇ ਜਾਣਾ ਸੀ ਮੁਕਤਸਰ ਤੱਕ, ਕੀ ਫੂਲ ਪ੍ਰੂਫ ਡਿਜ਼ਾਈਨ ਨਹੀਂ ਸੀ ਕੀਤਾ ਗਿਆ? ਖਿਲਚੀਆਂ ਤੋਂ ਲੈ ਕੇ ਹਰੀਕੇ ਪੱਤਣ ਤੱਕ, ਹਰੀਕੇ ਪੱਤਣ ਤੋਂ ਲੈ ਕੇ ਸ਼ਾਹਕੋਟ ਮਲਸੀਆਂ ਜਾਂ ਬਾਕੀ ਜਿਹੜਾ ਤੁਸੀਂ ਮਹਿਤਪੁਰ ਕਹਿ ਰਹੇ ਹੋ ਜਲੰਧਰ ਦਾ ਏਰੀਆ, ਉੱਥੋਂ ਤੱਕ ਪੁਲਿਸ ਕੋਲ ਕਿਹੜੇ ਬਦਲਵੇਂ ਪ੍ਰਬੰਧ ਸੀਗੇ? ਜੇ 8 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹ ਕਿੰਨਾ ਰਾਵਾਂ ਤੋਂ ਨਿਕਲਦਾ, ਕਿ ਉਹਨਾਂ ਰਾਵਾਂ ਤੇ ਕੋਈ ਨਾਕਾ ਨਹੀਂ ਸੀ? ਇੱਕ ਸਧਾਰਨ ਬੰਦੇ ਨੂੰ ਫੜਨ ਲਈ ਪੁਲਿਸ ਕੋਲ ਬਹੁਤ ਤਰੀਕੇ ਹੁੰਦੇ ਆ, ਪਰ ਜਿੱਥੇ ਸਟੇਟ ਦੀ ਔਰ ਖਾਸ ਤੌਰ ਤੇ ਸੈਂਟਰਲ ਏਜੰਸੀਆਂ ਦੀ ਸ਼ਾਖਦਾ ਤੇ ਲੱਗੀ ਹੋਈ ਸੀ ਔਰ ਇੰਨਾ ਵਾਂਟਡ ਸੀ, ਉਹਦੇ ਉੱਤੇ ਡੋਜ਼ੀਅਰ ਤਿਆਰ ਹੋ ਚੁੱਕੇ ਸੀ, ਸਾਰਾ ਕੰਮ ਹੋ ਚੁੱਕਿਆ ਸੀ, ਇਹ ਉਹ ਕਿਵੇਂ ਇਦਾਂ ਸੌਖਿਆਂ 45 ਮਿੰਟ ਇੱਕ ਦਿਨ ਪੂਰਾ ਉਹਦਾ ਚਾਚਾ ਕਿਸੇ ਦੇ ਘਰ ਰੁਕਿਆ ਰਹਿ ਜਾਂਦਾ ਔਰ ਕਿਵੇਂ ਉਹਦੀ ਗੱਡੀ ਵੀ ਬਾਹਰ ਰਹਿ ਜਾਂਦੀ ਆ? ਉਹ ਸਾਰੀਆਂ ਚੀਜ਼ਾਂ ਅੱਜ ਇੱਕ ਸਵਾਲਾਂ ਦੇ ਘੇਰੇ 'ਚ ਘਿਰੀਆਂ ਨੇ। ਹੁਣ ਤੁਸੀਂ ਅਗਲੀ ਗੱਲ ਕਰਦੇ ਹੋ ਜਿਹੜੀ ਤੁਸੀਂ ਕਹਿ ਰਹੇ ਹੋ। ਬਿਲਕੁਲ ਸਵਾਲ ਤੇ ਉੱਠਦੇ ਨੇ ਰੰਧਾਵਾ ਜੀ, ਔਰ ਸਵਾਲ ਇਸ ਗੱਲ ਦੇ ਵੀ ਉੱਠਦੇ ਨੇ ਕਿ ਮਾਰਚ 18 ਨੂੰ ਹੀ ਨੈਸ਼ਨਲ ਸਿਕਿਉਰਿਟੀ ਐਕਟ ਅੰਮ੍ਰਿਤਪਾਲ ਦੇ ਉੱਤੇ ਲਾ ਦਿੱਤਾ ਗਿਆ ਸੀ, ਨੋਨ ਅਵੇਲੇਬਲ ਵਾਰੰਟ ਵੀ ਉਹਦੇ ਖਿਲਾਫ ਇਸ਼ੂ ਕਰਤੇ ਤੇ ਹੁਣ ਤੇ LOC ਵੀ ਜਾਰੀ ਕੀਤਾ ਹੈ ਕਿਉਂਕਿ ਵਿਦੇਸ਼ ਭੱਜਣ ਦੀ ਫਿਰਾਕ ਦੇ ਵਿੱਚ ਅੰਮ੍ਰਿਤਪਾਲ ਹੋ ਸਕਦਾ ਹੈ। ਉਸ ਤੋਂ ਇਲਾਵਾ ਟਾਈਮਸ ਆਫ ਇੰਡੀਆ ਦੀ ਇੱਕ ਰਿਪੋਰਟ ਛਪੀ ਹੈ ਜਿਹਦੇ ਵਿੱਚ ਜੋ ਡੀ ਐਡਿਕਸ਼ਨ ਸੈਂਟਰ ਅੰਮ੍ਰਿਤਪਾਲ ਨੇ ਖੋਲੇ ਸੀ ਨਾ ਜਿਹੜੇ ਆਪਣੇ ਜੱਦੀ ਪਿੰਡ ਦੇ ਵਿੱਚ, ਉਹਦੇ ਵਿੱਚ ਕਿਸ ਤਰੀਕੇ ਨਾਲ ਜਿਹੜੇ ਡਿਟੇਨੀ ਸੀਗੇ ਉਹਨਾਂ ਨੂੰ ਫਿਜ਼ੀਕਲ ਟਾਰਚਰ ਕੀਤਾ ਗਿਆ ਸੀ ਕਿ ਉਸ ਹਾਰਡਲਾਈਨਰ ਦੀ ਸੋਚ ਨੂੰ ਅੱਗੇ ਵਧਾਉਣ ਵਾਸਤੇ, ਔਰ ਇੱਥੇ ਤੱਕ ਕਿ ਜੋ ਅੰਮ੍ਰਿਤਪਾਲ ਉਹਨਾਂ ਦੀ ਗੱਲ ਨਹੀਂ ਮੰਨਦਾ ਸੀ ਜਾਂ ਵਾਰਿਸ ਪੰਜਾਬ ਦੇ ਜਿਹੜੇ ਹੋਰ ਸਮਰਥਕ ਸੀਗੇ ਉਹਨਾਂ ਦੀ ਗੱਲ ਨਹੀਂ ਮੰਨਦੇ ਸੀ ਤਾਂ ਉਹਨਾਂ ਨੂੰ ਮਾਰਿਆ ਕੁੱਟਿਆ ਵੀ ਜਾਂਦਾ ਸੀਗਾ। ਔਰ ਇੱਥੇ ਤੱਕ ਕਿ ਉਹਦੇ ਵਿੱਚ ਜਿਹੜੇ ਐਂਟੀਡੋਟ ਸੀਗੇ ਉਹ ਵੀ ਬੜੇ ਅਜੀਬ ਜਿਹੇ ਸੀਗੇ, ਬੜੇ ਸਸਤੇ ਸੀਗੇ। ਇਹ ਸਾਰੀ ਗੱਲਾਂ
ਡੀ ਐਡਿਕਸ਼ਨ ਸੈਂਟਰ ਦੇ ਆੜ ਦੇ ਵਿੱਚ ਡਰੱਗ ਦਾ ਧੰਦਾ ਚਲਾਇਆ ਜਾ ਰਿਹਾ ਸੀ। ਇਹ ਇਲਜ਼ਾਮ ਨੇ ਇਨਵੈਸਟੀਗੇਟਿੰਗ ਏਜੰਸੀਜ਼ ਦੇ। ਹੁਣ ਇਹਨਾਂ ਇਲਜ਼ਾਮਾਂ ਨੂੰ ਕਿਸ ਤਰੀਕੇ ਨਾਲ ਇਹਦੀ ਪੁਸ਼ਟੀ ਹੁੰਦੀ ਹੈ ਔਰ ਕੀ ਸਬੂਤ ਅਦਾਲਤ ਦੇ ਵਿੱਚ ਅੱਗੇ ਚੱਲ ਕੇ ਪੇਸ਼ ਹੁੰਦੇ ਨੇ, ਪਰ ਹਜੇ ਵੀ ਅੰਮ੍ਰਿਤਪਾਲ ਦੀ ਤਲਾਸ਼ ਜਾਰੀ ਹੈ। ਦੇਖੋ, ਇਹ ਭਾਸਕਰ ਸਾਹਿਬ ਨੇ ਜਿੰਨੀ ਸੂਚਨਾ ਮੁਹੱਈਆ ਕਰਾਈ ਹੈ ਸਾਰੀ ਵੱਖ-ਵੱਖ ਅਖਬਾਰਾਂ 'ਚ ਛਾਇਆ ਰਿਪੋਰਟਾਂ ਦੇ ਆਧਾਰ ਦੇ ਉੱਤੇ ਆ। ਇਹਦੇ ਵਿੱਚ ਸਾਡਾ ਆਪਣਾ ਕੁਝ ਨਹੀਂ। ਨੰਬਰ 1। ਨੰਬਰ 2, ਜਿਹੜੀ ਗੱਲ ਏਜੰਸੀਆਂ ਅੱਜ ਕਹਿ ਰਹੀਆਂ, ਇਹ ਪਹਿਲਾਂ ਕਿਉਂ ਨਹੀਂ ਸੀ ਕਹਿ ਰਹੀਆਂ? ਇਹ ਜਦ ਇੰਨਾ ਕੁਝ ਹੋ ਹੀ ਰਿਹਾ ਸੀ ਤੇ ਇੰਨਾ ਵਧਣ ਫੁੱਲਣ ਕਿਉਂ ਦਿੱਤਾ ਗਿਆ? ਨੰਬਰ 3, ਕਿਸ ਆਧਾਰ ਦੇ ਉੱਤੇ ਇਹ ਸਾਰਾ ਮਾਹੌਲ ਸਿਰਜਿਆ ਜਾ ਰਿਹਾ? ਇਹ ਬਹੁਤ ਅਹਿਮ ਸਵਾਲ ਆ, ਜਿੱਥੇ ਇਸ ਸਟੋਰੀ ਨੂੰ ਬੜਾ ਫੂਲ ਪ੍ਰੂਫ ਤਰੀਕੇ ਨਾਲ ਅੱਗੇ ਵਧਾਇਆ ਗਿਆ ਕਿ ਉਹ ਹਰੀਕੇ ਪੱਤਣ ਤੋਂ ਜਦੋਂ ਸ਼ਾਹਕੋਟ ਵੱਲ ਨਿਕਲਦਾ ਹੈ ਤੇ ਇਨ ਦਾ ਮੀਨ ਟਾਈਮ ਉਹਦੇ ਕਾਫਲੇ ਦਰਮਿਆਨ ਜਿਹੜੀ ਇੱਕ ਐਂਡੇਵਰ ਗੱਡੀ ਸੀ ਉਹ ਪੁਲਿਸ ਨੂੰ ਚੇਜ਼ ਕਰਨ ਦੇ ਵਿੱਚ ਮੁਸ਼ਕਲ ਖੜੀ ਕਰਦੀ ਆ। ਉਹ ਜਿਹੜੀ ਮਰਸੀਡੀਜ਼ ਔਰ ਪੁਲਿਸ ਦੀਆਂ ਸਕਾਰਪੀਓ ਗੱਡੀਆਂ ਸੀ, ਉਹਨਾਂ ਦੇ ਵਿੱਚ ਫਾਸਲਾ ਵਧਾਉਣ ਦਾ ਕੰਮ ਕਰ ਰਹੀ ਸੀਗੀ ਔਰ ਛੋਟੀਆਂ ਸੜਕਾਂ ਹੋਣ ਕਰਕੇ ਪੁਲਿਸ ਓਵਰਟੇਕ ਨਹੀਂ ਸੀ ਕਰ ਸਕਦੀ, ਖੇਤਾਂ 'ਚ ਨਹੀਂ ਸੀ ਜਾ ਸਕਦੀ। ਸੋ ਇਸ ਕਰਕੇ ਅੱਗੇ ਜਾ ਕੇ ਪੁਲਿਸ ਉਹਨੂੰ ਟੱਕਰ ਮਾਰਦੀ ਆ, ਪਾਸੇ ਕਰਦੀ। ਉਦੋਂ ਤੱਕ ਬਹੁਤ ਸਾਰਾ ਫਰਕ ਪੈ ਚੁੱਕਿਆ ਸੀ। ਪਰ ਇੰਨੀ ਵੱਡੀ ਪੁਲਿਸ ਔਰ ਇੰਨਾ ਛੋਟਾ ਜਿਹਾ ਸੂਬਾ ਤੇ ਥਾਂ ਪਰ ਥਾਂ ਦੇ ਉੱਤੇ ਤੁਹਾਡੇ ਆਪਣੇ ਤੰਤਰ ਉਹਦੇ ਹੁੰਦਿਆਂ ਜੇਕਰ ਅਗਲੇ ਬੰਨਿਓ ਫਰੰਟ ਤੋਂ ਨਹੀਂ ਹੈਂਡਲ ਕਰ ਸਕਦੇ, ਇਹ ਵੀ ਚੀਜ਼ਾਂ ਸਵਾਲਾਂ ਦੇ ਘੇਰੇ 'ਚ ਆ। ਸੋ ਇੰਦਰਪ੍ਰੀਤ ਜੀ, ਮੈਨੂੰ ਹੁਣ ਤੁਸੀਂ ਦੱਸੋ ਕਿ ਇਹ ਜੋ ਤੁਸੀਂ ਸਾਰਾ ਸੁਣਿਆ, ਇਸ ਤੋਂ ਬਾਅਦ ਤੁਹਾਡਾ ਓਪੀਨੀਅਨ ਇਹਦੇ ਤੇ, ਤੁਹਾਡੀ ਗੱਲ ਕੀ ਹੈ? ਮੇਰੇ ਦੋ ਪੁਆਇੰਟ ਨੇ ਰੰਧਾਵਾ ਸਾਹਿਬ ਇਸ ਸਾਰੇ ਐਪੀਸੋਡ ਦੇ ਵਿੱਚ ਜੋ ਭਾਸਕਰ ਸਾਹਿਬ ਨੇ ਪੂਰੀ ਡਿਟੇਲ ਦਿੱਤੀ ਹੈਗੀ ਹੈ। ਪਹਿਲਾਂ ਤਾਂ ਇਹ ਕਿ ਜਿਹੜਾ ਅਸੀਂ ਕਿੰਨੇ ਦਿਨ 3-4 ਦਿਨ ਤੋਂ ਤਾਂ ਲਗਾਤਾਰ ਅਸੀਂ ਉਹੀ ਗੱਲ ਕਰ ਰਹੇ ਹਾਂ ਕਿ ਸੀਐਮ ਸਾਹਿਬ ਸਾਹਮਣੇ ਕਿਉਂ ਨਹੀਂ ਆ ਰਹੇ, ਇਹਦੇ ਵਿੱਚ ਸੀਨ ਦੇ ਵਿੱਚ ਕਿਉਂ ਨਹੀਂ ਆ ਰਹੇ, ਕਿਉਂ ਨਹੀਂ ਲੋਕਾਂ ਨੂੰ ਸਪਸ਼ਟ ਕੀਤਾ ਜਾ ਰਿਹਾ ਕਿ ਹੋ ਕੀ ਰਿਹਾ ਹੈ। ਜਾਂ ਡੀਜੀਪੀ ਸਾਹਿਬ ਵੀ ਹੁਣ ਆਈਜੀ ਸਾਹਿਬ ਨੂੰ ਉਹਨਾਂ ਨੇ ਲਗਾਤਾਰ, ਡੀਜੀ ਸਾਹਿਬ ਵੀ ਹੁਣ ਤਾਂ ਆਣੋਂ ਹਟ ਗਿਆ। ਸੋ ਇਹ ਸਾਰਾ ਇੱਕ ਤਾਂ ਇਹ ਇੱਕ ਪੁਆਇੰਟ ਹੈਗਾ ਮੇਰਾ ਕਿ ਲੀਡ ਹਜੇ ਵੀ ਨਹੀਂ ਕੋਈ ਕਰ ਰਿਹਾ। 4 ਦਿਨ ਹੋ ਗਏ ਹੈ, 4 ਦਿਨ ਬਾਅਦ ਵੀ ਹਜੇ ਤੱਕ ਅਸੀਂ ਸਭ ਹਨੇਰੇ 'ਚ ਹੀ ਆ। ਸਭ ਜਿੰਨਾ ਕੋਈ ਸੂਤਰਾਂ ਤੋਂ ਜਾਣਕਾਰੀ ਮਿਲ ਜਾਂਦੀ ਹੈ ਉਹੀ ਇੱਕ ਅਸੀਂ ਲਗਾ ਲੈਂਦੇ ਹਾਂ, ਲੇਕਿਨ ਸਪਸ਼ਟ ਰੂਪ ਦੇ ਵਿੱਚ ਕੋਈ ਚੀਜ਼ਾਂ ਹਜੇ ਵੀ ਬਹੁਤ ਕਲੈਰਿਟੀ ਨਾਲ ਬਾਹਰ ਆਉਣ ਵਾਲੀਆਂ ਨੇ। ਤਾਂ ਦੂਜਾ ਮੇਰਾ ਪੁਆਇੰਟ ਇਹ ਹੈ ਕਿ ਜਿਹੜੀ ਕੱਲ ਤੁਸੀਂ ਅੱਜ ਅਖਬਾਰਾਂ 'ਚ ਦੇਖਿਆ ਹੋਣਾ, 2 ਖਬਰਾਂ ਇੱਕ ਬਹੁਤ ਇੰਪੋਰਟੈਂਟ ਛਪੀਆਂ ਨੇ ਔਰ ਸਾਰੇ ਮੈਨੂੰ ਲੱਗਦਾ ਕਿ ਸਾਰੇ ਪੇਰੈਂਟਸ ਨੂੰ ਘੱਟੋ ਘੱਟ ਇਹ ਤੇ ਧਿਆਨ ਦੇਣ ਦੀ ਲੋੜ ਹੈਗੀ ਹੈ। ਇੱਕ ਤਾਂ ਇਹ ਕਿ ਜਿਹੜੇ ਬੰਦੇ ਇੰਨੇ ਡਿਟੇਨ ਕੀਤੇ ਨੇ ਉਹਦੇ 'ਚ ਇੱਕ 12ਵੀਂ ਕਲਾਸ ਦਾ ਬੱਚਾ ਵੀ ਹੈਗਾ, ਜਿਹਦਾ ਕੱਲ ਪੇਪਰ ਸੀ। ਮਤਲਬ ਉਹ ਦੇਖੋ, ਇੱਕ ਪਾਵਰਕਾਮ ਦਾ ਜਿਹੜਾ ਇੰਪਲੋਈਜ਼ ਫੜਿਆ ਪਹਿਲਾਂ, ਉਸ ਤੋਂ ਪਹਿਲਾਂ ਉਹਦੇ ਬਾਰੇ ਇਹ ਲਿਖਿਆ ਗਿਆ ਕਿ ਉਹਦਾ ਫਾਦਰ ਵੀ ਇਸੇ ਤਰ੍ਹਾਂ ਹੀ 93 'ਚ ਪੁਲਿਸ ਨੇ ਚੱਕ ਲਿਆ ਸੀ ਤੇ ਉਹ ਅੱਜ ਤੱਕ ਉਸ ਪਰਿਵਾਰ ਨੂੰ ਨਹੀਂ ਪਤਾ ਕਿ ਉਹ ਜਿੰਦਾ ਹੈ, ਕੀ ਐਨਕਾਊਂਟਰ 'ਚ ਮਾਰਤਾ ਹੈ ਜਾਂ ਉਹਦਾ ਕੀ ਹੋਇਆ। ਇਸ ਤਰ੍ਹਾਂ ਦੇ ਕੇਸਿਸ ਪੰਜਾਬ 'ਚ ਭਰੇ ਪਏ ਹੈ। ਮਤਲਬ ਇਹ ਤਾਂ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਆਉਂਦੀਆਂ ਤਾਂ ਇੱਕਾ ਦੁੱਕਾ ਕੇਸ ਸਾਡੇ ਸਾਹਮਣੇ ਆਉਂਦੇ ਹੈ। ਅਦਰਵਾਈਜ਼ ਜੇ ਤੁਸੀਂ ਥੋਰੋ ਲੋਕਾਂ ਨਾਲ ਸਟੱਡੀ ਕਰਨ ਚਲੇ ਜਾਓ ਤਾਂ ਤੁਹਾਨੂੰ ਸ਼ਾਇਦ ਬਹੁਤ ਸਾਰੇ ਇਸ ਤਰ੍ਹਾਂ ਦੇ ਕੇਸ ਮਿਲ ਜਾਣਗੇ ਜਿਨ੍ਹਾਂ ਬਾਰੇ ਹਜੇ ਤੱਕ ਪੁਲਿਸ ਨੇ ਦੱਸਿਆ ਹੀ ਨਹੀਂ ਕਿ ਉਹ ਕਿੱਥੇ ਨੇ। ਸੋ ਮੇਰਾ ਕਹਿਣ ਤੋਂ ਭਾਵ ਇਹਦੇ ਸਾਰੇ ਦੇ ਵਿੱਚ ਇਹ ਹੈ ਕਿ ਜਦੋਂ ਕਲੈਰਿਟੀਆਂ ਨਹੀਂ ਹੁੰਦੀਆਂ ਤਾਂ ਜਿਹੜੇ ਬੱਚੇ ਨੇ, ਖਾਸ ਤੌਰ ਤੇ ਜਿਹੜੇ ਯੰਗਸਟਰ ਲੋਟ ਹੈ, ਇਹ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਇਹ ਜਿਹੀਆਂ ਚੀਜ਼ਾਂ ਤੋਂ। ਤਾਂ ਪੇਰੈਂਟਸ ਨੂੰ ਘੱਟੋ ਘੱਟ ਹੁਣ ਖਿਆਲ ਰੱਖਣ ਦਾ ਇੱਕ ਟਾਈਮ ਹੈ ਕਿ ਉਹ ਇਸ ਤਰ੍ਹਾਂ ਦਾ ਨਾ ਕਰੇ, ਕਿਉਂਕਿ ਜਦੋਂ ਚੱਲੇਗਾ ਤਾਂ ਆਟੇ 'ਚ ਘੁਣ ਪੀਸੇ ਜਾਣਗੇ ਤੇ ਉਹ ਘੁਣਾ ਵਾਂਗ ਹੀ ਹੋਣਗੇ ਬੱਚੇ। ਸੋ ਮੈਨੂੰ ਲੱਗਦਾ ਕਿ ਇਹਦੇ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਇਸ ਟਾਈਮ ਜੀ। ਤਾਂ ਦੂਜਾ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਭਾਸਕਰ ਸਾਹਿਬ ਨੇ ਵੀ ਕਈ ਇਹੋ ਜਿਹੇ ਸਵਾਲ ਕੀਤੇ ਨੇ, ਜਿਵੇਂ ਹਾਈ ਕੋਰਟ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ, ਇੰਨਾ ਪੁਲਿਸ ਤੰਤਰ ਹੋਣ ਦੇ ਬਾਵਜੂਦ ਤੁਸੀਂ ਠੀਕ ਕਿਹਾ ਕਿ ਨਾਕਾ ਕੋਈ ਫਿਰ ਇੱਕ ਜਗ੍ਹਾ ਤੇ ਥੋੜੀ ਲਗਾਇਆ ਹੋਊਗਾ, ਨਾਕੇ ਤਾਂ ਕਈ ਜਗ੍ਹਾ ਤੇ ਲਗਾਏ ਹੋਣਗੇ। ਤਾਂ ਉਹਨਾਂ ਦਾ ਫਿਰ ਹੋਇਆ ਕੀ ਉਹ ਸਾਰੇ ਦੇ ਸਾਰੇ ਫੇਲ ਹੋ ਗਏ। ਸੋ ਇਹ ਬੜੇ ਸਵਾਲ ਨੇ ਜਿਹੜੇ ਅਨੁੱਤਰਿਤ ਨੇ ਔਰ ਇਹਦਾ ਜਵਾਬ ਜਾਂ ਤਾਂ ਸੀਐਮ ਸਾਹਿਬ ਖੁਦ ਡੀਜੀਪੀ ਸਾਹਿਬ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕਰਕੇ ਦੇਣ, ਮੋਨੋਲੌਗ 'ਚ ਨਹੀਂ। ਜਿਵੇਂ ਕੱਲ ਵੀ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਪ੍ਰੈਸ ਕਾਨਫਰੰਸ ਨਹੀਂ ਕੀਤੀ। ਬਿਕੋਜ਼ ਜਿਹੜੇ ਸਵਾਲ ਅਨੁੱਤਰਿਤ ਨੇ ਉਹ ਤਾਂ ਪੱਤਰਕਾਰ ਪੁੱਛੇਗਾ ਹੀ ਨਾ ਫਿਰ ਲੋਕਾਂ ਦੇ ਲਈ। ਸੋ ਉਹ ਹਜੇ ਤੱਕ ਉਹਦੇ ਜਵਾਬ ਨਹੀਂ ਮਿਲ ਰਹੇ। ਮੈਨੂੰ ਆਸ ਹੈ ਕਿ ਜਿਸ ਦਿਨ ਵੀ ਘੱਟੋ ਘੱਟ ਅੰਮ੍ਰਿਤਪਾਲ ਪਕੜਿਆ ਜਾਏਗਾ ਜਾਂ ਇਹਦੇ ਬਾਰੇ ਜੋ ਕਲੈਰਿਟੀ ਆਏਗੀ, ਉਹਦੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਸੀਐਮ ਸਾਹਿਬ ਖੁਦ ਦੇਣਗੇ ਅੱਗੇ ਆ ਕੇ। ਮੈਂ ਦੂਜੀ ਖਬਰ ਲੈਣਾ ਚਾਹੂੰਗਾ ਜਿਹਨੂੰ ਤੁਸੀਂ ਕਵਰ ਕਰਨ ਨਿਕਲਣ ਲੱਗੇ ਹੋ, ਅੱਗੇ ਅਸੀਂ ਲੇਟ ਹੋ ਗਏ ਹਾਂ। ਤੁਸੀਂ ਚਾਹ ਰਹੇ ਹੋ ਵਿਧਾਨ ਸਭਾ ਦੇ ਵਿੱਚ ਅੱਜ ਬਿਜ਼ਨਸ ਹੋਊਗਾ ਕਿ ਨਹੀਂ ਹੋਊਗਾ, ਇਹ ਕਾਫੀ ਸ਼ੱਕ 'ਚ ਹੈ। ਹੁਣ ਇਹਨਾਂ ਦੀ ਗਿਣਤੀ ਤਾਂ ਬਹੁਤ ਘੱਟ ਹੈ ਵਿਰੋਧੀ ਧਿਰਾਂ ਦੀ, ਕੀ ਇਹਨਾਂ ਨੂੰ ਚੱਕ ਕੇ ਬਾਹਰ ਸੁੱਟਤਾ ਜਾਊ ਜਾਂ ਵਾਕਆਊਟ ਕਰ ਜਾਣਗੇ ਤੇ ਫਿਰ ਬਿਜ਼ਨਸ ਆਪਣੇ ਆਪ ਅੱਗੇ ਵੱਧ ਜਾਊਗਾ, ਇਹ ਸਵਾਲ ਤਾਂ ਹੈਗਾ। ਪਰ ਕੀ ਜੇ ਉਹ ਕੰਮ ਰੋਕੂ ਮਤਾ ਲਿਆਉਂਦੇ ਨੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਉੱਤੇ, ਕੀ ਉਹਨੂੰ ਪ੍ਰਵਾਨ ਕੀਤਾ ਜਾਂਦਾ? ਲੱਗਦੀ ਵਾਏ ਤਾਂ ਉਹ ਕੀਤਾ ਨਹੀਂ ਜਾਣਾ, ਨੰਬਰ 1।
ਦੂਜੀ ਗੱਲ, ਵਿਧਾਨ ਸਭਾ ਦੇ ਵਿੱਚ ਅੱਜ ਬਹਿਸ ਆ ਨਸ਼ਿਆਂ ਦੇ ਉੱਤੇ। ਹੁਣ ਅੰਮ੍ਰਿਤਪਾਲ ਵੀ ਨਸ਼ੇ ਛਡਾਉਣ ਦੇ ਦਾਅਵੇ ਨਾਲ ਪੰਜਾਬ ਦੇ ਵਿੱਚ ਪ੍ਰਮਾਣ ਹੋ ਰਿਹਾ ਸੀਗਾ, ਜੋ ਵੀ ਆ ਸਿੱਖ ਸਾਈਕੀ ਦੇ ਵਿੱਚ ਲਾ ਲਓ, ਜਾਂ ਜਿਸ ਤਰੀਕੇ ਨਾਲ ਉਹਨੇ ਆਪਣਾ ਤਰੀਕਾ ਬਣਾਇਆ, ਔਰ ਨਸ਼ਿਆਂ ਦੇ ਉੱਤੇ ਅੱਜ 2 ਘੰਟੇ ਦਾ ਸਮਾਂ ਰੱਖਿਆ ਹੋਇਆ। ਕੀ ਇਹ ਬਹਿਸ ਹੋ ਪਾਊਗੀ? ਜੇ ਹੋ ਪਾਊਗੀ ਤੇ ਕਿੰਨੀ ਕੁ ਸਾਰਥਕ ਹੁੰਦੀ, ਕਿੰਨੀ ਕੰਸਟਰਕਟਿਵ ਹੁੰਦੀ ਹੈ, ਕਿੰਨੀ ਕੁ ਅਗਰੈਸਿਵ ਹੁੰਦੀ ਹੈ, ਇਹ ਦੇਖਣ ਵਾਲੀ ਗੱਲ ਆ। ਪੰਜਾਬ ਦੇ ਵਿੱਚ 92 MLA ਨੇ ਮੁੱਖ ਮੰਤਰੀ ਸਮੇਤ ਇਹਨਾਂ ਦੇ, ਕੀ ਉਹਨਾਂ ਦੇ ਅੰਦਰ ਇੰਨਾ ਜੋਸ਼ ਬਣਿਆ ਇਹ ਸਾਰਾ ਜੋ ਵਾਪਰਿਆ? ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਸ਼ੱਕ ਚ ਆ ਗਈ ਹੈ। ਜਿਵੇਂ ਅਕਾਲੀ ਦਲ ਸ਼ੱਕ ਚ ਆਇਆ ਸੀ, ਇੰਜ ਦਾ ਮਾਹੌਲ ਬਣ ਰਿਹਾ ਕਿ ਇਹਨੂੰ ਠੀਕ ਟੈਕਲ ਨਹੀਂ ਕੀਤਾ ਗਿਆ ਔਰ ਇਹ ਕਿਸੇ ਹੋਰ ਦੇ ਹੱਥਾਂ 'ਚ ਖੇਡ ਰਹੀ ਹੈ। ਸਵਾਲ ਖੜਾ ਹੋ ਗਿਆ। ਅੱਜ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਚਿਹਰੇ, ਬਾਡੀ ਲੈਂਗੁਏਜ ਸਭ ਦੇਖਣ ਵਾਲਾ ਹੋਊਗਾ, ਤੁਸੀਂ ਨੇੜਿਓਂ ਦੇਖਣਾ, ਸਾਨੂੰ ਜ਼ਰੂਰ ਦੱਸਿਓ ਨਾਲ ਦੀ ਨਾਲ। ਇਹ ਵਿਧਾਨ ਸਭਾ 'ਚ ਹੋਣ ਵਾਲੇ ਬਿਜ਼ਨਸ ਦਾ ਜ਼ਿਕਰ ਜ਼ਰੂਰ ਕਰ ਦਿਓ। ਪਾਣੀ ਅਤੇ ਸੈਸ ਦੇ ਖਿਲਾਫ ਮਤਾ ਆਉਣਾ ਹੈ। ਇਸੇ ਤਰ੍ਹਾਂ ਜਿਹੜਾ SC ਕਮਿਸ਼ਨ ਹੈ ਉਹਦੇ ਮੈਂਬਰਾਂ ਦੀ ਗਿਣਤੀ ਘਟਾਈ ਜਾਣੀ ਆ। ਅੱਗੇ ਜਲੰਧਰ ਦੇ ਵਿੱਚ ਇੱਕ ਰਿਜ਼ਰਵ ਕੌਂਸਟੀਟੂਐਂਸੀ ਹੈ, ਜੇ ਇਲੈਕਸ਼ਨ ਹੋ ਜਾਂਦੀ, ਅਜੇ ਤੇ ਸ਼ੱਕ 'ਚ ਹੈ ਕਿ ਇਸ ਤਰ੍ਹਾਂ ਦੇ ਮਾਹੌਲ 'ਚ ਇਲੈਕਸ਼ਨ ਕਰਾਈ ਵੀ ਜਾਊਗੀ ਜਾਂ ਅਗਲੀਆਂ ਲੋਕ ਸਭਾ ਤੱਕ ਚਲੇ ਜਾਊਗੀ, ਕਿਉਂਕਿ ਜੇ ਸਤੰਬਰ ਤੱਕ ਇਹ ਟਲ ਜਾਂਦੀ ਆ, ਕਰਨਾਟਕ ਦੇ ਨਾਲ ਨਹੀਂ ਹੁੰਦੀ, ਤਾਂ ਫਿਰ ਇਹ ਦੁਬਾਰਾ ਹੋਣ ਨਹੀਂ ਲੱਗੀ। ਸੋ ਇਹ ਸਾਰੇ ਸਵਾਲ ਵੀ ਨੇ। ਬਿਲਕੁਲ ਰੰਧਾਵਾ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ। ਜਿਹੜਾ ਇਹ ਅੱਜ ਵਿਧਾਨ ਸਭਾ ਦੇ ਵਿੱਚ ਸ਼ੁਰੂਆਤ ਹੀ ਕੰਮ ਰੋਕੂ ਮਤੇ ਤੋਂ ਹੋਣੀ ਹੈ। ਕੱਲ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਆਪਣੇ ਕੁਝ MLA, ਸਾਰੇ ਤਾਂ ਨਹੀਂ ਆਏ ਸੀਗੇ, ਲੇਕਿਨ ਕੁਝ MLA ਸੀਗੇ 8-10, ਉਹਨਾਂ ਨੂੰ ਆਪਣੇ ਘਰ ਬੁਲਾ ਕੇ ਇੱਕ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਇਹ ਜ਼ਰੂਰ ਉਹਨਾਂ ਨੇ ਕਿਹਾ ਹੈ ਕਿ ਅਸੀਂ ਅੰਮ੍ਰਿਤਪਾਲ ਦੇ ਮਾਮਲੇ ਨੂੰ ਲੈ ਕੇ ਜਿਹੜੀ ਪੁਲਿਸ ਕਾਰਵਾਈ ਹੈ ਉਸ ਤੇ ਕੋਈ ਸ਼ੱਕ ਨਹੀਂ ਕਰਾਂਗੇ, ਲੇਕਿਨ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਜਿਹੜੀ ਅਸੀਂ ਕੰਮ ਰੋਕੂ ਪ੍ਰਸਤਾਵ ਅਸੀਂ ਦੇਤਾ ਹੈ ਸਪੀਕਰ ਸਾਹਿਬ ਨੂੰ, ਅੱਜ ਉਹ ਅਲਾਓ ਕਰਦੇ ਹੈ ਨਹੀਂ ਕਰਦੇ, ਇਹ ਦੇਖਣ ਵਾਲੀ ਗੱਲ ਹੋਏਗੀ। ਮੰਨਿਆ ਇਹੀ ਜਾਂਦਾ ਹੁੰਦਾ ਆਮ ਤੌਰ ਤੇ ਕਿ ਇਸ ਤਰ੍ਹਾਂ ਦਾ ਅਲਾਓ ਨਹੀਂ ਕਰਦੇ ਹੁੰਦੇ। ਸੋ ਜ਼ਰੂਰ ਜੇ ਉਹ ਅਲਾਓ ਨਹੀਂ ਕਰਨਗੇ ਤਾਂ ਓਪੋਜੀਸ਼ਨ ਇਸ ਤੇ ਰੋਲਾ ਰੱਪਾ ਥੋੜਾ ਜਿਹਾ ਪਾਏਗੀ ਹੋਈ, ਕਿਉਂਕਿ ਉਹ ਵੀ ਬਿਲਕੁਲ ਹਾਸ਼ੀਏ ਤੇ ਨਹੀਂ ਜਾਣਾ ਚਾਹੁੰਦੇ। ਇਸ ਇਸ਼ੂ ਨੂੰ ਲੈ ਕੇ ਲਾਈਮਲਾਈਟ ਤਾਂ ਰਹਿਣਾ ਚਾਹੁੰਦੀ ਹੈ ਪਾਰਟੀ। ਦੂਸਰੀ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਹੈ ਇਹਦੇ ਵਿੱਚ, ਉਹ ਹੈਗੀ ਹੈ ਜਿਹੜਾ ਹਾਈਡਰੋ ਸੈਸ ਲਗਾਇਆ, ਹਾਈਡਰੋ ਪ੍ਰੋਜੈਕਟ ਤੇ ਸੈਸ ਲਗਾਇਆ ਹਿਮਾਚਲ ਪ੍ਰਦੇਸ਼ ਨੇ, ਉਸ ਤੇ ਇੱਕ ਬਹੁਤ ਇੰਪੋਰਟੈਂਟ ਜਿਹੜਾ ਪ੍ਰਸਤਾਵ ਹੈ ਉਹ ਸਿੰਚਾਈ ਮੰਤਰੀ ਜਿਹੜੇ ਹੈਗੇ ਨੇ ਸਾਡੇ ਮੀਤ ਹੇਅਰ, ਉਹ ਲੈ ਕੇ ਆ ਰਹੇ ਹੈ। ਉਹਨਾਂ ਨੇ ਜਿਹੜਾ ਉਹਦੇ ਚ ਕਿਹਾ ਹੈ, ਜੋ ਸਾਡੇ ਬਿਜ਼ਨਸ ਚ ਮੈਂ ਦੇਖਿਆ ਕਿ ਕਿਸ ਤਰ੍ਹਾਂ ਦਾ ਪ੍ਰਸਤਾਵ, ਉਹਨਾਂ ਨੇ ਇਹ ਚੀਜ਼ਾਂ ਕਹੀਆਂ ਕਿ ਜਿਹੜੇ BBMP ਸਮੇਤ ਕਈ ਪ੍ਰੋਜੈਕਟ ਨੇ ਜਿਹੜੇ ਉਹ ਪੰਜਾਬ ਦੇ ਨੇ ਔਰ ਪੰਜਾਬ ਦੀ ਇਨਵੈਸਟਮੈਂਟ ਨਾਲ ਹਿਮਾਚਲ ਪ੍ਰਦੇਸ਼ ਚ ਲੱਗੇ ਹੋਏ ਨੇ, ਤੇ ਉਹਨਾਂ ਦੇ ਉੱਤੇ ਸੈਸ ਲਗਾਉਣਾ ਇਹ ਬਿਲਕੁਲ ਠੀਕ ਨਹੀਂ ਹੈ। ਇਹ ਇੰਟਰਸਟੇਟ ਰਿਵਰ ਇੰਟਰਸਟੇਟ ਡਿਸਪਿਊਟ ਜਿਹੜਾ ਐਕਟ 1956 ਦਾ ਹੈ, ਉਹਦਾ ਸਰਾਸਰ ਉਲੰਘਣ ਹੈ। ਇਸ ਕਰਕੇ ਸਰਕਾਰ ਇਹਨੂੰ ਵਾਪਸ ਲਏ, ਹਿਮਾਚਲ ਪ੍ਰਦੇਸ਼ ਸਰਕਾਰ। ਨਾਲ ਦੀ ਨਾਲ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਵੀ ਇਹ ਕਿਹਾ ਕਿ ਤੁਸੀਂ ਵੀ ਇਸ 'ਚ ਇੰਟਰਵੀਨ ਕਰੋ, ਕਿਉਂਕਿ ਐਕਟ ਤੁਹਾਡਾ ਹੈ ਔਰ ਇਸ ਐਕਟ ਦਾ ਅਸਰ ਕਈ ਹੋਰ ਸਟੇਟਾਂ ਤੇ ਵੀ ਹੋਣਾ, ਇਕੱਲਾ ਪੰਜਾਬ ਤੇ ਨਹੀਂ ਹੋਣਾ, ਰਾਜਸਥਾਨ ਤੇ ਵੀ ਹੋਣਾ ਹੈ, ਹਰਿਆਣੇ ਤੇ ਵੀ ਹੋਣਾ ਹੈ, ਦਿੱਲੀ ਤੇ ਵੀ ਹੋਣਾ ਹੈ, ਜੰਮੂ ਕਸ਼ਮੀਰ ਤੇ ਹੋਣਾ, ਸਾਰੇ ਸਟੇਟਾਂ ਦੇ ਉੱਤੇ ਹੀ ਹੋਣਾ ਹੈ। ਤਾਂ ਤੁਸੀਂ ਇੰਟਰਵੀਨ ਕਰੋ ਇਹਦੇ ਵਿੱਚ ਤੇ ਇਹਨੂੰ ਹਿਮਾਚਲ ਪ੍ਰਦੇਸ਼ ਸਰਕਾਰ ਨੂੰ ਡਾਇਰੈਕਟ ਕੀਤਾ ਜਾਏ ਕਿ ਉਹ ਇਹ ਜਿਹੜਾ ਆਪਣਾ ਬਿੱਲ ਹੈ ਉਹਨੂੰ ਵਾਪਿਸ ਲਏ। ਦੇਖੋ ਇਹਦੇ ਨਾਲ ਰੰਧਾਵਾ ਸਾਹਿਬ ਇਹ ਕੋਈ ਮਤਲਬ ਛੋਟਾ ਬਿੱਲ ਨਹੀਂ ਹੈ, ਲੱਗਦਾ ਸਿਰਫ 10 ਪੈਸੇ ਦਾ ਹੈ ਕਿ 10 ਪੈਸੇ ਹੀ ਤਾਂ ਲਗਾਇਆ ਸੈਸ, ਪਰ ਉਹਦਾ ਜਿਹੜਾ ਵੋਲਿਊਮ ਹੈ ਉਹ ਇੰਨਾ ਕੁ ਹੈ ਕਿ 1200 ਕਰੋੜ ਰੁਪਏ ਦਾ ਬੋਝ ਤਾਂ ਇਕੱਲੇ ਪੰਜਾਬ ਦੇ ਉੱਤੇ ਹੀ ਪੈਣਾ ਹੈ। ਯਾਨੀ ਕਿ ਜਿਹੜਾ ਹੁਣ ARR ਆਊਗੀ, ਜਿਹੜੀ ਪਾਵਰਕਾਮ ਨੇ ਦਿੱਤੀ ਹੋਈ ਹੈ ਰੈਗੂਲੇਟਰੀ ਕਮਿਸ਼ਨ ਨੇ, ਉਹਦੇ ਵਿੱਚ ਹੀ ਅਗਰ ਉਹਨੂੰ ਵੀ ਇਨਕਲੂਡ ਕਰ ਲਿਆ ਤਾਂ 1 ਰੁਪਏ ਪਰ ਯੂਨਿਟ ਖਰਚਾ ਜਿਹੜਾ ਹੈ ਉਹ ਆਮ ਲੋਕਾਂ ਤੇ ਵੱਧ ਜਾਣਾ ਹੈ। ਸੋ ਇੱਕ ਤਾਂ ਇਹ ਬੜਾ ਇੰਪੋਰਟੈਂਟ ਇਸ਼ੂ ਹੈ। ਇਸ ਦੇ ਉੱਤੇ ਜੇ ਤਾਂ ਵਾਕਆਊਟ ਹੀ ਕਰਕੇ ਜਾਂ ਰੋਲਾ ਜਿਹੜਾ ਪਾਉਣ ਦੇ ਉੱਤੇ ਸਪੀਕਰ ਨੇ ਬਾਹਰ ਕੱਢਦੇ ਤਾਂ ਦੇਖੋ ਇਸ ਤਰ੍ਹਾਂ ਦਾ ਇਸ਼ੂ ਮੈਨੂੰ ਲੱਗਦਾ ਰੁਲ ਹੀ ਜਾਏਗਾ। ਉਸ ਤੋਂ ਬਾਅਦ ਜਿਹੜੇ ਤੁਸੀਂ ਬਿੱਲ ਕਹਿ ਰਹੇ ਹੋ, ਬਿੱਲ ਦੇ ਵਿੱਚ ਇੱਕ SC ਕਮਿਸ਼ਨ ਦੀ ਜਿਹੜੀ ਇੱਕ ਸੰਖਿਆ ਹੈ ਉਹਨੂੰ ਘੱਟ ਕੀਤਾ ਜਾ ਰਿਹਾ ਹੈ। ਉਹਨੂੰ ਵੈਸੇ ਤਾਂ ਇਸ ਗਵਰਨਮੈਂਟ ਨੇ ਆ ਕੇ ਸਾਰੇ ਹੀ ਕਮਿਸ਼ਨਾਂ ਦੀ ਤੇ ਸਾਰੇ ਹੀ ਬੋਰਡਾਂ ਦੀ ਜਿਹੜੀ ਗਿਣਤੀ ਸੀਗੀ ਉਹ ਅੱਧੀ ਕਰਤੀ ਹੈ, ਪਰ ਇਹਦੇ ਵਿੱਚ ਸਵਾਲ ਸਿਰਫ ਇੰਨਾ ਕੁ ਸੀ ਕਿ ਇਹ ਕਮਿਸ਼ਨ ਦੂਜੇ ਕਮਿਸ਼ਨਾਂ ਨਾਲੋਂ ਥੋੜਾ ਜਿਹਾ ਅਲੱਗ ਹੈ। ਦੇਖੋ PPSC ਸਾਡੇ ਕੋਲ ਹੈਗਾ ਜਿਹੜਾ ਭਰਤੀਆਂ ਕਰਦਾ, ਉਹਨਾਂ ਦੀ ਕਿੰਨੀ ਕੁ ਭਰਤੀ ਹੁੰਦੀ ਹੈ ਸਾਰੇ ਸਾਲ, ਜੇ ਤੁਸੀਂ ਦੇਖਿਆ 50 ਜਾਂ 100 ਬੰਦੇ ਤੋਂ ਜ਼ਿਆਦਾ ਉਹ ਭਰਤੀ ਨਹੀਂ ਕਰ ਪਾਉਂਦੇ, ਪਰ ਇਹ ਕਮਿਸ਼ਨ ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ, ਖਾਸ ਤੌਰ ਤੇ ਉਹ ਦਬੇ ਕੁਚਲਾ ਵਰਗ ਜਿਹੜਾ ਹੈਗਾ ਜਿਹਦੀ ਸੁਣਵਾਈ ਥੱਲੇ ਲੈਵਲ ਤੇ ਨਹੀਂ ਹੁੰਦੀ, ਉਹ ਇੱਥੇ ਕਮਿਸ਼ਨਾਂ ਦੇ ਵਿੱਚ ਆਉਂਦਾ ਹੈ। ਤੇ ਜੇ ਉਹਨਾਂ ਦੀ ਗਿਣਤੀ ਵੀ ਘਟਾ ਦਿੰਦੇ ਆ ਤਾਂ ਮੈਨੂੰ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਵੀ ਇੱਥੇ ਇਨਸਾਫ ਨਹੀਂ ਮਿਲਦਾ ਤੇ ਦੂਜਾ ਅਸੀਂ ਵੀ ਇਨਸਾਫ ਘੱਟ ਦੇਣ ਵਾਲੀ ਹੀ ਵਧਾਂਗੇ। ਸੋ ਇਹਦਾ ਅਸਰ ਤੁਸੀਂ ਬਿਲਕੁਲ ਠੀਕ ਕਿਹਾ
ਇਹਦਾ ਅਸਰ ਜਲੰਧਰ ਦੀ ਇਲੈਕਸ਼ਨ ਤੇ ਹੋ ਸਕਦਾ ਹੈ, ਪਰ ਹਜੇ ਤਾਂ ਸਵਾਲ ਜਲੰਧਰ ਦੀ ਇਲੈਕਸ਼ਨ ਹੋਣ ਤੇ ਹੀ ਖੜਾ ਹੈ। ਪਰ ਮੈਂ ਇਹ ਜਿੰਨੇ ਕੁ ਵੀ MLAs ਹੈਗੇ ਆ, ਚਾਹੇ ਉਹ ਸੱਤਾਰੂੜ ਪਾਰਟੀ ਦੇ ਹੋਣ, ਚਾਹੇ ਉਹ ਅਕਾਲੀ ਦਲ ਦੇ ਹੋਣ, ਕਾਂਗਰਸ ਦੇ ਹੋਣ ਜਾਂ ਬਸਪਾ ਦੇ ਹੋਣ, ਸਾਰੇ ਜਿੰਨੇ ਵੀ ਇਹਦੇ ਵਿੱਚ ਹੈਗੇ ਆ, ਮੈਂ ਉਹਨਾਂ ਨੇ ਕਾਫੀ ਵਾਰੀ ਇਹਦੇ ਤੇ ਗੱਲ ਕੀਤੀ ਹੈ ਤੇ ਉਹਨਾਂ 'ਚ ਇਸ ਗੱਲ ਦੀ ਬਹੁਤ ਨਾਰਾਜ਼ਗੀ ਹੈ। ਤੀਸਰੀ ਗੱਲ, ਤੁਸੀਂ ਡਰੱਗ, ਇਹ ਦੇਖੋ ਡਰੱਗਸ ਦੇ ਉੱਤੇ ਹੈਲਥ ਮਿਨਿਸਟਰ ਨੇ ਖੁਦ ਮੰਗ ਕੇ ਬਹਿਸ ਲਿੱਤੀ ਹੈ। ਉਹਨਾਂ ਨੇ ਕਿਹਾ ਮੈਂ ਬਹੁਤ ਤਿਆਰੀ ਕੀਤੀ ਹੋਈ ਹੈ ਇਸ ਨੂੰ ਲੈ ਕੇ। ਇਹ ਖਾਸ ਤੌਰ ਤੇ ਸਿੰਥੈਟਿਕ ਡਰੱਗ ਤਾਂ ਹੈ ਹੀ ਹੈ, ਜਿਹੜਾ ਅਸੀਂ ਅੰਮ੍ਰਿਤਪਾਲ ਹੋਣੀ ਵੀ ਰੌਲਾ ਪਾ ਰਹੇ ਹੈ, ਸਾਰਿਆਂ ਨੂੰ ਕਹਿ ਰਹੇ ਵੀ ਨਹੀਂ ਅੰਮ੍ਰਿਤਧਾਰੀ ਬਣੋ, ਇਹਨੂੰ ਛੱਡੋ ਨਸ਼ਿਆਂ ਨੂੰ। ਤੇ ਪਰ ਇੱਕ ਹੋਰ ਜਿਹੜੀ ਵੱਡੀ ਹੈਗੀ ਹੈ ਉਹ ਹੈ ਮੈਡੀਕਲ ਡਰੱਗਸ। ਜਿਹੜੀ ਤਿਆਰੀ ਇਹਨਾਂ ਨੇ ਕੀਤੀ ਹੈ, ਹੈਲਥ ਮਿਨਿਸਟਰ ਨੇ, ਉਹ ਮੈਡੀਕਲ ਡਰੱਗਸ ਤੇ ਕੀਤੀ ਹੈ। ਉਹ ਕਹਿ ਰਿਹਾ ਕਿ ਇਹ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਹ ਈਜ਼ੀਲੀ ਅਵੇਲੇਬਲ ਹੈ। ਬਹੁਤ ਘੱਟ ਇਹ ਬਹੁਤ ਸਾਰੇ ਜਿਹੜੇ ਦੇਖੇ ਨੇ ਤੁਸੀਂ, ਕੈਮਿਸਟ ਸ਼ਾਪਸ ਦੇਖੀਆਂ ਨੇ, ਬਹੁਤ ਸਾਰੀਆਂ ਇਹੋ ਜਿਹੀਆਂ ਥਾਵਾਂ ਤੇ ਹੁੰਦੀਆਂ ਨੇ ਜਿੱਥੇ ਨੇੜੇ ਤੇੜੇ ਵੀ ਕੋਈ ਹਸਪੀਟਲ ਨਹੀਂ ਹੁੰਦਾ। ਇੱਕ ਪਿੰਡ 'ਚ 3-3, 4-4 ਜਿਹੜੀਆਂ ਕੈਮਿਸਟ ਦੀਆਂ ਸ਼ਾਪਸ ਖੁੱਲ ਗਈਆਂ ਨੇ। ਆਖਿਰ ਫਿਰ ਉਹ ਚੱਲ ਕਿਵੇਂ ਰਹੀਆਂ ਨੇ? ਕੀ ਇੰਨੀ ਬਿਮਾਰੀ ਹੋ ਗਈ ਹੈ ਕਿ ਉਹ ਸਾਰੇ ਲੋਕ ਉਹਨਾਂ ਤੋਂ ਦਵਾਈਆਂ ਲੈ ਰਹੇ ਨੇ, ਜਾਂ ਇਹਦਾ ਕਾਰਨ ਸਿਰਫ ਡਰੱਗਸ ਦੇ ਉੱਤੇ ਹੈ ਵੀ ਜਿਹੜੀਆਂ ਉਹ ਦਵਾਈਆਂ ਜਿਹੜੀਆਂ ਡਰੱਗਸ ਦੇ ਰੂਪ 'ਚ ਵੀ ਯੂਜ਼ ਕੀਤੀਆਂ ਜਾ ਸਕਦੀਆਂ, ਨਸ਼ੀਲੇ ਪਦਾਰਥ ਦੇ ਉੱਤੇ ਯੂਜ਼ ਕੀਤੀਆਂ ਜਾ ਸਕਦੀਆਂ, ਕਿ ਉਹਨਾਂ ਦੀ ਸੇਲ ਤੇ ਉਹ ਚੱਲ ਰਹੀਆਂ ਨੇ? ਇਹ ਜਿਹੇ ਬਹੁਤ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹੈਲਥ ਮਿਨਿਸਟਰ ਬਲਬੀਰ ਸਿੰਘ ਨੇ ਕਿਹਾ ਕਿ ਮੈਂ ਦਊਂਗਾ, ਮੈਂ ਬਹੁਤ ਤਿਆਰੀ ਕਰਕੇ ਆਇਆ। ਦੇਖੋ ਇਹ ਵੀ, ਇਸ ਦੇ ਉੱਤੇ ਵੀ ਇੱਕ ਬਹੁਤ ਸਾਰਿਆਂ ਨੂੰ ਚਿੰਤਾ ਸੀ, ਇਸ ਤੇ ਵੀ, ਇਸ ਤੇ ਬਹਿਸ ਸੁਣਾਂਗੇ ਵੀ ਸਾਰੇ। ਲੇਕਿਨ ਹੁਣ ਜੋ ਹਾਲਾਤ ਬਣ ਗਏ ਹੈ ਜਾਂ ਜੋ ਅੱਜ ਹਾਲਾਤ ਬਣਦੇ ਜਾ ਰਹੇ, ਉਸ ਤੋਂ ਲੱਗ ਰਿਹਾ ਕਿ ਕਿਤੇ ਇਹ ਡੀਰੇਲ ਨਾ ਹੋ ਜਾਏ। ਹਾਂ, ਇਹ ਬਹਿਸ ਹੋਣੀ ਚਾਹੀਦੀ ਹੈ। ਇਹ ਬਹਿਸ ਹੁੰਦੀ ਕਿ ਨਹੀਂ ਹੁੰਦੀ ਇਹ ਦੇਖਣਾ ਹੋਊਗਾ। ਮੈਨੂੰ ਲੱਗਦਾ ਹੋ ਜਾਊਗੀ, ਬਾਕੀ ਬਾਈਕਾਟ ਕਰ ਜਾਣਗੇ, ਨਿਕਲ ਜਾਣਗੇ। ਜੇ ਉਹ ਜ਼ੋਰਦਾਰ ਤਰੀਕੇ ਨਾਲ ਬੈਠੇ ਰਹਿੰਦੇ ਆ, ਵਿਰੋਧ ਹੁੰਦਾ, ਅੰਦਰ ਉਹਨਾਂ ਨੂੰ ਮਾਰਸ਼ਲ ਚੱਕ ਕੇ ਬਾਹਰ ਸੱਟਦੇ ਆ, ਜਾਂ ਕੀ ਹੁੰਦਾ ਇਹ ਤਾਂ ਦੇਖਾਂਗੇ ਹੁਣ ਮੱਛੀ ਮੰਡੀ ਬਣਦੀ ਕਿ ਨਹੀਂ। ਲੇਕਿਨ ਜੇਕਰ ਡਾਕਟਰ ਬਲਬੀਰ ਸਿੰਘ ਨੂੰ ਇਸ ਗੱਲ ਦਾ ਫਿਕਰ ਹੈ ਤਾਂ ਉਹਨਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਇੱਕ ਨਸ਼ੇ ਤੋਂ ਲਾ ਕੇ ਦੂਜੇ ਤੇ ਲਾਈ ਜਾ ਰਹੇ ਆ। ਓਟ ਸੈਂਟਰਾਂ ਦੇ ਵਿੱਚ ਜਿਹੜੀ ਗੋਲੀ ਦੇ ਰਹੇ ਆ, ਉਹ ਗੋਲੀ ਉਹ ਲੈਣ ਲਈ ਭੀੜਾਂ ਲੱਗੀਆਂ ਹੋਈਆਂ। ਜੇ ਕਿਸੇ ਨੇ ਪੰਜਾਬ 'ਚ ਨਸ਼ੇ ਦੀ ਸਥਿਤੀ ਦੇਖਣੀ ਹੋਵੇ ਤੇ ਸਰਕਾਰੀ ਹਸਪਤਾਲਾਂ ਦੇ ਓਟ ਸੈਂਟਰਾਂ ਦੇ ਬਾਹਰ ਲੱਗੀਆਂ ਲਾਈਨਾਂ 'ਚ ਦੇਖ ਸਕਦਾ। ਇਹਦੇ ਉੱਤੇ ਉਹ ਕੋਈ ਬਦਲਵਾਂ ਪ੍ਰਬੰਧ ਦੇ ਸਕਦੇ ਕਿ ਨਹੀਂ ਦੇ ਸਕਦੇ। ਜੇ ਨਹੀਂ ਦੇ ਸਕਦੇ ਤਾਂ ਫਿਰ ਗੱਲਾਂ ਹੀ ਨੇ, ਮੈਚ ਹੋਰ ਕੱਖ ਨਹੀਂ ਗਾ। ਪਰ ਵੇਖਣ ਵਾਲੀ ਗੱਲ ਆ ਕਿ ਵਿਲ ਕਿਹਦੇ ਵਿੱਚ ਆ। ਹਾਂ, ਜਿਹੜਾ ਕੁਝ ਕਰ ਰਿਹਾ ਤੁਸੀਂ ਕਹੋਗੇ ਉਹਨੂੰ ਤਾਂ ਐਪਰੀਸ਼ੀਏਟ ਕਰੋ, ਜ਼ਰੂਰ ਕਰਾਂਗੇ, ਪਰ ਕੰਕਰੀਟ ਕੁਝ ਨਿਕਲ ਕੇ ਆਵੇ ਧਰਾਤਲ ਤੇ, ਉਹ ਉਡੀਕ ਕਰਦੇ ਆ। ਇੰਦਰਪ੍ਰੀਤ ਜੀ, ਸਿਰਫ 2 ਗੱਲਾਂ ਹੋਰ ਕਹਿ ਦਿਓ ਇਹਦੇ 'ਚ। ਇੱਕ ਤਾਂ ਮੈਨੂੰ ਇੰਝ ਲੱਗਦਾ ਕਿ ਜਿਹੜੀ ਗੱਲ ਤੁਸੀਂ ਐਸਸੀ ਕਮਿਸ਼ਨ ਦੀ ਕਰ ਰਹੇ ਸੀ, ਮੈਂਬਰਾਂ ਦੀ ਗਿਣਤੀ ਘਟਾਉਣ ਦੀ, ਉਹ ਬਈ ਜੀ ਇੰਨੇ ਸੁਹਿਰਦ ਸੀ ਤੇ ਜਿਹੜੇ ਅੱਜ ਜੰਬੋ ਇੰਨਾ ਵੱਡਾ ਕਾਫਲਾ ਬਣਾਤਾ ਚੇਅਰਮੈਨਾਂ ਦਾ, ਰੋਜ਼ ਲਾਈ ਜਾਂਦੇ ਰੋਜ਼। ਫਿਰ ਤਾਂ ਜਿਹੜੀਆਂ ਆਰਗੇਨਾਈਜੇਸ਼ਨ, ਜਿਹੜੀਆਂ ਸੰਸਥਾਵਾਂ, ਇੰਸਟੀਟਿਊਸ਼ਨ ਘਾਟੇ 'ਚ ਸੀਗੇ, ਉਹਨਾਂ ਦੇ ਚੇਅਰਮੈਨ ਲਾ ਕੇ ਬੋਝ ਕਿਉਂ ਵਧਾਈ ਜਾਂਦੇ ਹੋ? ਚੇਅਰਮੈਨ, ਡਿਪਟੀ ਚੇਅਰਮੈਨ, ਕਿੰਨੀਆਂ ਸਹੂਲਤਾਂ ਹੁੰਦੀਆਂ, ਕਿੰਨਾ ਕੁਝ ਹੈ। ਫਿਰ ਤਾਂ ਬਣਦਾ ਇਹ ਸੀ ਕਿ ਇਹ ਫਾਲਤੂ ਪਿਛਲੀਆਂ ਸਰਕਾਰਾਂ ਵੱਲੋਂ ਜਿਵੇਂ ਖੁੰਬਾਂ ਵਾਂਗ ਉਗਾਏ ਹੋਏ ਸੰਸਥਾ ਸੀਗੇ ਕਿ ਜਿਨ੍ਹਾਂ ਦੇ ਵਿੱਚ ਆਪਣੇ ਬੰਦੇ ਐਡਜਸਟ ਕਰ ਲਓ, ਕਾਰ ਦੇ ਦਿਓ, ਦਫ਼ਤਰ ਦੇ ਦਿਓ, ਘਰ ਲਈ ਕਿਰਾਇਆ ਦੇ ਦਿਓ, ਅਲਾਉਂਸ ਦੇ ਦਿਓ, ਪੀਏ ਦੇ ਦਿਓ, ਸਾਰਾ ਕੁਝ। ਇਹ ਤਾਂ ਚੌਧਰਾਂ ਸੀਗੀਆਂ, 10-10 ਗਨਮੈਨ ਦੇ ਦਿਓ। ਪਰ ਛੱਡਦੇ ਆਪਾਂ ਗੱਲ, ਇਹਦੇ ਵਿੱਚ ਸਿਰਫ ਇੱਕੋ ਹੀ ਗੱਲ ਮੈਂ ਤੁਹਾਡੇ ਤੋਂ ਜਾਣਨੀ ਆ ਕਿ ਪਾਵਰਕਾਮ ਦਾ ਤੁਸੀਂ ਜ਼ਿਕਰ ਕਰ ਰਹੇ ਸੀ। ਇੱਕ ਖਬਰ ਛਪਦੀ ਪਈ ਹੈ ਕਿ ਪਾਵਰਕਾਮ ਨੂੰ ਪਿਛਲੇ ਸਾਲ ਦਾ ਪੂਰਾ ਬਕਾਇਆ ਪੇ ਕਰਤਾ ਗਿਆ। ਇਹ ਕਿਹੜੇ ਪੈਸੇ ਨੇ, ਮੈਨੂੰ ਵੀ ਪਤਾ ਲੱਗੇ। ਰੰਧਾਵਾ ਸਾਹਿਬ, ਮੈਂ ਦੋਨੋਂ ਗੱਲਾਂ ਕਰੂੰਗਾ। ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਹੈ ਉਹ ਵੀ ਬਹੁਤ ਜ਼ਰੂਰੀ ਹੈਗੀ ਆ, ਉਹ ਮੈਂ ਵਿੱਚ ਮੇਰੇ ਵੀ ਮਾਈਂਡ ਚੋਂ ਮਿਸ ਹੋ ਗਈ ਸੀ। ਜਿਹੜੀਆਂ ਇਹ ਤੁਸੀਂ ਕਾਰਪੋਰੇਸ਼ਨਾਂ ਤੇ ਬੋਰਡਾਂ ਦੀ ਗੱਲ ਕੀਤੀ ਹੈਗੀ ਹੈ, ਉਹ ਠੀਕ ਹੈ। ਤੁਹਾਨੂੰ ਯਾਦ ਹੋਊਗਾ 2002 ਤੋਂ ਪਹਿਲਾਂ ਅਕਾਲੀ ਦਲ ਦੇ ਟਾਈਮ 'ਚ ਇੱਕ ਵੈਸ਼ਨਵ ਕਮੇਟੀ ਬਣੀ ਸੀ ਜਿਹਨੇ ਪੰਜਾਬ ਦੇ 28 ਬੋਰਡ ਤੇ ਕਾਰਪੋਰੇਸ਼ਨ ਦੀ ਸਟੱਡੀ ਕਰਕੇ ਕਿਹਾ ਸੀ ਕਿ ਇਹਨਾਂ 'ਚੋਂ 22 ਜਿਹੜੇ ਹੈਗੇ ਨੇ ਉਹ ਬੰਦ ਕਰਨ ਯੋਗ ਨੇ, ਉਹਨਾਂ ਦਾ ਕੋਈ ਕੰਮ ਨਹੀਂ ਹੈ, ਉਹ ਸਿਰਫ ਸਰਕਾਰ ਦੇ ਉੱਤੇ ਬੋਝ ਹੀ ਨੇ। ਇਸ ਕਰਕੇ ਉਹਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ। ਬਹੁਤ ਵੱਡੀ ਫਿਰ EMPLOYEES ਵੱਲੋਂ ਐਜੀਟੇਸ਼ਨ ਵੀ ਕੀਤੀ ਗਈ ਸੀ। ਉਹਨਾਂ 'ਚੋਂ ਸਿਰਫ 3 ਜਾਂ 4 ਮੈਨੂੰ ਲੱਗਦਾ ਕਿ ਬੰਦ ਹੋਈ ਸੀ, ਬਾਕੀ ਹੁਣ। ਲੇਕਿਨ ਜੇ ਤੁਸੀਂ ਬੋਰਡ ਔਰ ਕਾਰਪੋਰੇਸ਼ਨਾਂ ਦੀ ਗਿਣਤੀ ਕਰੋ ਤਾਂ ਉਹ 43 ਹੋ ਚੁੱਕੀ ਹੈ। ਯਾਨੀ ਕਿੱਥੇ ਅਸੀਂ 29 ਨੂੰ ਹੀ ਕਹਿ ਰਹੇ ਸੀ ਕਿ ਇਹ ਬੋਝ ਨੇ ਸਰਕਾਰ ਦੇ ਉੱਤੇ, ਇਹਨੂੰ ਬੰਦ ਕਰਨਾ ਚਾਹੀਦਾ, ਹੁਣ ਤਾਂ ਉਹਨਾਂ ਦੀ ਗਲਤੀ 43 ਹੋ ਗਈ ਹੈ। ਤੇ ਦੂਜੀ ਗੱਲ, ਜਿਹੜੀ ਇੱਕ ਹੋਰ ਬਿੱਲ ਆ ਰਿਹਾ, ਜਿਹੜਾ ਇੱਕ ਐਸਸੀ ਕਮਿਸ਼ਨ ਦਾ ਤਾਂ ਆ ਹੀ ਰਿਹਾ, ਇੱਕ ਹੋਰ ਬਿੱਲ ਬੜਾ ਇੰਟਰਸਟਿੰਗ ਆ ਰਿਹਾ ਹੈ, ਉਹ ਹੈ ਚੀਫ ਵਿਪ ਦੀ ਤਨਖਾਹ ਤੇ ਭੱਤੇ ਦੇਣਾ। ਇਹ ਬੜਾ ਇੰਟਰਸਟਿੰਗ ਹੈ। ਪਹਿਲਾਂ ਅੱਜ ਤੱਕ ਨਹੀਂ ਹੋਇਆ ਕਿ ਕਿਸੇ ਪੋਲੀਟੀਕਲ ਪਾਰਟੀ ਦਾ ਜਿਹੜਾ ਚੀਫ ਵਿਪ ਹੈ ਉਹਨੂੰ ਵੀ ਕੈਬਨਿਟ ਰੈਂਕ ਦਿੱਤਾ ਜਾਏ ਤੇ ਉਹਨੂੰ ਸੈਲਰੀਜ਼ ਦਿੱਤੀ ਜਾਏ, ਭੱਤੇ ਦਿੱਤੇ ਜਾਣ। ਕਿਉਂਕਿ ਚੀਫ ਵਿਪ ਦਾ ਕੰਮ ਸਿਰਫ ਔਰ ਸਿਰਫ ਉਦੋਂ ਹੀ ਹੁੰਦਾ ਹੈ ਜਦੋਂ ਸੈਸ਼ਨ ਚੱਲ ਰਿਹਾ, ਅਦਰਵਾਈਜ਼ ਉਹਨਾਂ ਦਾ ਕੋਈ ਕੰਮ ਹੀ ਨਹੀਂ ਹੈ। ਤਾਂ ਉਹ ਇਹ ਵਾਲਾ ਬੋਝ ਫਿਰ ਕਿਉਂ ਪਾਇਆ ਜਾ ਰਿਹਾ ਹੈ?
ਇਹ ਵੀ ਇੱਕ ਦੇਖ ਇੰਟਰਸਟਿੰਗ ਪੁਆਇੰਟ ਹੈ ਜਦੋਂ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਆਹ ਬਿੱਲ ਜਿਹੜਾ ਲੈ ਕੇ ਆ ਰਹੇ ਹਾਂ, ਜੇ ਸਿਆਸੀ ਕਮਿਸ਼ਨ ਦੀ ਗਿਣਤੀ ਦੇ ਮੈਂਬਰ ਦੀ ਗਿਣਤੀ ਘਟਾਤੀ ਹੈ ਤਾਂ ਉਹ ਅਸੀਂ ਬੋਝ ਘਟਾ ਰਹੇ ਹਾਂ, ਸਾਰੇ ਕਮਿਸ਼ਨਰਾਂ ਦਾ ਅਸੀਂ ਅੱਧੀ ਕਰਤੀ ਹੈ, ਉਹ ਬੋਝ ਘਟਾ ਰਹੇ ਹਾਂ, ਪਰ ਨਾਲ ਨਾਲ ਅਸੀਂ ਬੋਝ ਵਧਾਈ ਵੀ ਜਾ ਰਹੇ ਹਾਂ। ਦੂਸਰੀ ਗੱਲ ਜਿਹੜੀ ਪਾਵਰ ਕਾਮ ਦੀ ਤੁਸੀਂ ਤੁਹਾਡਾ ਇਹ ਸਵਾਲ ਹੈ ਨਾ ਵੀ ਬੀਬੀ ਜੀ ਨੂੰ ਆਪਾਂ ਨੇ ਮੰਤਰੀ ਤਾਂ ਬਣਾਉਣਾ ਨਹੀਂ, ਠੀਕ ਹੈ, ਕੰਮ ਅਸੀਂ ਕੋਈ ਨਹੀਂ ਤੁਹਾਨੂੰ ਦੇਣਾ। ਇਹਦੇ ਦੋ ਗੱਲਾਂ ਹੁੰਦੀਆਂ ਵੀ ਜਾਂ ਤਾਂ ਤੁਸੀਂ ਕੰਮ ਕਰਨ ਦੇ ਸਮਰੱਥ ਨਹੀਂ, ਤੁਸੀਂ ਤਸਦੀਕ ਕਰ ਦਿੰਦੇ ਹੋ ਪਾਰਟੀ ਵੱਲੋਂ ਕਿ ਤੁਸੀਂ ਕੰਮ ਕਰਨ ਦੇ ਸਮਰੱਥ ਨਹੀਂ, ਤੇ ਨਾਲ ਹੀ ਕਹਿੰਦੇ ਹੋ ਕਿ ਹਾਂ ਤੁਸੀਂ ਸੀਨੀਅਰ ਹੈਗੇ ਹੋ ਤੇ ਤੁਹਾਨੂੰ ਅਸੀਂ ਉਹ ਮੰਤਰੀਆਂ ਵਾਲਾ ਵੇਖੋ ਜੀ ਤੁਹਾਨੂੰ ਮੰਤਰੀਆਂ ਵਾਲਾ ਰੁਤਬਾ ਦਿੱਤਾ ਕਿ ਨਹੀਂ ਦਿੱਤਾ, ਪਰ ਤੁਹਾਨੂੰ ਕੰਮ ਨਹੀਂ ਦੇਣਾ। ਮਤਲਬ ਇਹ ਦੋ ਗੱਲਾਂ ਨੇ। ਤੇ ਤੀਜੀ ਗੱਲ ਇਹ ਹੁੰਦੀ ਹੈ ਵੀ ਦੇਖੋ ਤੁਹਾਨੂੰ ਕੈਬਨਿਟ ਮੰਤਰੀ ਤਾਂ ਬਣਾਤਾ, ਕੈਬਨਿਟ ਮਿਨਿਸਟਰ ਨਹੀਂ, ਕੈਬਨਿਟ ਮਿਨਿਸਟਰ ਦਾ ਸਟੇਟਸ ਹੀ ਦੇਣਾ ਸਿਰਫ, ਜਿਹੜੇ ਉਸ ਸਟੇਟਸ ਦੇ ਅਨੁਸਾਰ ਉਹਨਾਂ ਨੂੰ ਪੱਤੇ ਵਗੈਰਾ ਮਿਲਣੇ ਹੈਗੇ। ਜੋੜ ਕੇ ਇਹੀ ਬੇਨਤੀ ਕਰ ਰਿਹਾ ਵੀ ਕੈਬਨਿਟ ਦਾ ਸਟੇਟਸ ਦੇਣਾ ਤੇ ਤੁਹਾਡੇ ਕੋਲ 2-3 ਖਾਲੀ ਜਗ੍ਹਾ ਨੇ, ਕੈਬਨਿਟ ਮਿਨਿਸਟਰ ਕਿਉਂ ਨਹੀਂ ਬਣਾਉਂਦੇ? ਮੈਂ ਵੀ ਇਹੀ ਗੱਲ ਕਹਿਣ ਲੱਗਾ ਸੀਗਾ, ਠੀਕ ਹੈ, ਸਭ ਤੋਂ ਪਹਿਲੇ ਆਏ ਨੇ ਤੁਹਾਡੇ ਕੋਲ ਮੰਤਰੀ ਬਣਾਓ। ਤੁਸੀਂ ਕਹਿੰਦੇ ਹੋ ਤੁਹਾਨੂੰ ਮੰਤਰੀ ਬਣਾਉਣ ਵਰਗੀ ਸਥਿਤੀ 'ਚ ਖੜਦਾ, ਦੇਖੋ ਤੁਹਾਡਾ ਸਟੇਟਸ ਦਿੱਤਾ ਪਰ ਤੁਹਾਨੂੰ ਕੰਮ ਨਹੀਂ ਦੇਣਾ। ਇਹ ਤੇ ਦੋ ਗੱਲਾਂ ਨੇ ਕਿ ਜਾਂ ਤੁਸੀਂ ਕਾਬਲ ਨਹੀਂ, ਅਸੀਂ ਤੁਹਾਨੂੰ ਕਾਬਲ ਨਹੀਂ ਸਮਝਦੇ, ਤੇ ਜਾਂ ਤੁਹਾਨੂੰ ਜਾਣ ਕੇ ਨਹੀਂ ਦੇਣਾ। ਤੇ ਬੀਬੀ ਜੀ ਵੀ ਕਹੀ ਜਾਣਗੇ ਵੀ ਹਾਂ ਦੇਖੋ ਜੀ ਮੈਂ ਤਾਂ ਕੈਬਨਿਟ ਰੈਂਕ 'ਚ ਆ ਜੀ, ਤੇ ਲੋਕ ਕਹਿਣਗੇ ਬੀਬੀ ਜੀ ਕਿੱਥੇ ਆਈਏ ਤੁਹਾਡੇ ਕੋਲ ਕੰਮ ਕਰਾਉਣ, ਉਹ ਕਹਿਣਗੇ ਕੋਈ ਨਹੀਂ, ਕੰਮ ਲਈ ਤਾਂ ਦੇਖੋ ਜੀ ਆਪਾਂ ਹਲਕੇ ਤੇ ਕਰਦੇ ਰਵਾਂਗੇ ਜੀ। ਜੀ ਤੇ ਦੂਜੀ ਗੱਲ ਜਿਹੜੀ ਤੁਸੀਂ ਕਹੀ ਸੀ ਪਾਵਰਕਾਮ ਦੀ ਸਬਸਿਡੀ ਦੀ ਗੱਲ ਹੈਗੀ ਹੈ, ਉਹਦੇ ਵਿੱਚ ਜਿਹੜਾ ਇਸ ਵਾਰ ਦਾ ਜਿੰਨਾ ਬੋਝ ਸੀ, ਮਤਲਬ ਜਾਂ ਜਿੰਨੀ ਸਬਸਿਡੀ ਸੀ ਉਹ ਸਾਰੀ ਗਵਰਨਮੈਂਟ ਨੇ ਅਦਾ ਕਰਤੀ ਹੈ, ਪਰ ਜਿਹੜੀ ਪਿਛਲੀ ਗਵਰਨਮੈਂਟਾਂ ਦੀ ਲੈਗੇਸੀ ਚੱਲੀ ਆ ਰਹੀ ਹੈ 9,000 ਕਰੋੜ ਦੀ, ਉਹ ਹਜੇ ਵੀ ਉੱਥੇ ਹੀ ਖੜੀ ਹੈ। ਸਾਡੀ ਕੁਝ ਦਿਨ ਪਹਿਲਾਂ ਹੀ ਵਿੱਤ ਮੰਤਰੀ ਨਾਲ ਇਸ ਬਾਰੇ ਗੱਲ ਵੀ ਹੋਈ ਸੀ, ਤੇ ਉਹਨਾਂ ਨੇ ਕਿਹਾ ਸੀ ਕਿ ਇੱਕ ਗਵਰਨਮੈਂਟ ਆਫ ਇੰਡੀਆ ਦੀ ਇੱਕ ਬਹੁਤ ਵੱਡੀ ਯੋਜਨਾ ਹੈਗੀ ਹੈ ਜਿਸ 'ਚ ਉਹਨਾਂ ਨੇ ਕਿਹਾ ਵੀ ਸਾਨੂੰ ਕਲੀਅਰ ਸਲੇਟ ਚਾਹੀਦੀ ਹੈ, ਸਾਨੂੰ ਇਹ ਨਹੀਂ ਚਾਹੀਦਾ ਕਿ ਤੁਹਾਡੇ ਉੱਥੇ ਪੈਸੇ ਖੜੇ ਹੈ ਤਾਂ ਅਸੀਂ ਉਹ ਯੋਜਨਾ ਤੁਹਾਨੂੰ ਦੇਵਾਂਗੇ, ਉਹਦੇ ਵਿੱਚ ਪੂਰਾ ਡਿਸਟ੍ਰੀਬਿਊਸ਼ਨ ਨੈਟਵਰਕ ਜਿਹੜਾ ਹੈਗਾ ਉਹ ਚੇਂਜ ਕਰਨ ਦਾ ਹੈਗਾ। ਉਹ ਸਾਡਾ 25,000 ਕਰੋੜ ਰੁਪਏ ਦਾ ਪਲਾਨ ਗਵਰਨਮੈਂਟ ਆਫ ਇੰਡੀਆ ਨੇ ਮਨਜ਼ੂਰ ਕਰ ਲਿਆ, ਜਿਹੜਾ ਅਗਲੇ 5 ਸਾਲਾਂ 'ਚ ਹੋਊਗਾ। ਪਰ ਉਹ ਦੇਣ ਤੋਂ ਪਹਿਲਾਂ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਹੈ ਇਹ 9,000 ਕਰੋੜ ਰੁਪਇਆ ਪੂਰਾ ਕਲੀਅਰ ਕਰਨਾ। ਤਾਂ ਗਵਰਨਮੈਂਟ ਨੇ ਉੱਥੇ ਉਹਨਾਂ ਨੂੰ ਇਹ ਕਿਹਾ ਹੈ ਵੀ ਇਹ ਅਸੀਂ ਅਗਲੇ 5 ਸਾਲਾਂ 'ਚ ਇਹਨੂੰ ਵੰਡ ਕੇ 9,000 ਕਰੋੜ ਰੁਪਇਆ 2-2,000 ਕਰੋੜ ਕਰਕੇ ਇਹਨੂੰ ਕਲੀਅਰ ਕਰ ਦਾਂਗੇ, ਤਾਂ ਕਿ ਉਹ ਜਿਹੜੀ 25,000 ਕਰੋੜ ਦੇ ਵਿੱਚੋਂ ਬਹੁਤ ਸਾਰੀ ਗ੍ਰਾਂਟ ਹੈ, ਬਹੁਤ ਸਾਰਾ ਲੋਨ ਦੇ ਰੂਪ 'ਚ ਮਿਲਣਾ ਹੈ, ਉਹ ਸਾਨੂੰ ਮਿਲ ਜੇ। ਉਹਦੇ ਵਿੱਚ ਤੁਹਾਡੇ ਪ੍ਰੀਪੇਡ ਮੀਟਰ ਲਗਾਣੇ ਨੇ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਸ ਪ੍ਰੋਜੈਕਟ ਦੇ ਵਿੱਚ ਕਰਨੀਆਂ ਨੇ। ਤਾਂ ਮੈਨੂੰ ਲੱਗਦਾ ਕਿ ਗਵਰਨਮੈਂਟ ਜਦ ਤੱਕ ਉਹ 9,000 ਕਰੋੜ ਨਹੀਂ ਅਦਾ ਕਰੇਗੀ ਉਹ ਦਿੱਤਾ ਨਹੀਂ ਜਾਣਾ, ਤੇ 2,000 ਕਰੋੜ ਜਿਹੜਾ ਵਿੱਤ ਮੰਤਰੀ ਨੇ ਕਿਹਾ ਹੈ ਉਹ ਦੇਣਾ ਇੰਨਾ ਸੌਖਾ ਨਹੀਂ, ਕਿਉਂਕਿ ਪਹਿਲੀ ਵਾਲੀ ਸਬਸਿਡੀ ਜਿਹੜੀ 20,245 ਕਰੋੜ ਹੋ ਗਈ ਹੈ, ਤਾਂ ਜੇ ਤੁਸੀਂ 2,000 ਕਰੋੜ ਇਹ ਵੀ ਐਡ ਕਰੋ ਤਾਂ ਇਹ 22,000 ਕਰੋੜ ਹੋ ਜਾਏਗੀ। ਤੇ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਦੇਣਾ ਇੰਨਾ ਸੌਖਾ ਅਗਲੇ ਸਾਲ ਦੇ ਵਿੱਚ ਹੋਣ ਵਾਲਾ ਹੈ। ਵੈਸੇ ਆਪਣੇ ਮੰਤਰੀ ਸਾਹਿਬ ਹੈ ਬੜੇ ਚੰਗੇ ਆ, ਦੇਖੋ ਹੈ ਖਜ਼ਾਨੇ ਦਾ ਮਾਮਲਾ, ਬਿਜਲੀ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਕਰਨਾ ਪੈਂਦਾ। ਹਰਪਾਲ ਸਿੰਘ ਚੀਮਾ ਦੀ ਇੱਕ ਖੂਬਸੂਰਤੀ ਹੈ ਕਿ ਉਹ ਲੋਕਾਂ ਤੋਂ ਰਾਏ ਲੈਂਦੇ ਰਹਿੰਦੇ, ਉਹਨਾਂ ਕੋਲ ਕਦੇ ਜਾਣਕਾਰੀ ਲੈਣੀ ਜਾਂ ਦੇਣੀ ਹੋਵੇ ਤੇ ਉਹ ਅਵੇਲੇਬਲ ਰਹਿੰਦੇ। ਇਸੇ ਤਰ੍ਹਾਂ ਦੂਜੇ ਮੰਤਰੀ ਹਰਜੋਤ ਸਿੰਘ ਬੈਂਸ ਵੀ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਅੱਗੇ ਰਹਿੰਦੇ ਆ। ਹਾਲਾਂਕਿ ਉਹਨਾਂ ਦੀ ਹੁਣ ਸ਼ਾਦੀ ਹੈ, ਸ਼ਾਦੀ ਤੇ ਭਾਸਕਰ ਸਾਹਿਬ ਇੰਦਰਪ੍ਰੀਤ ਜੀ ਜਾਣਗੇ, ਇਹਨਾਂ ਨੇ ਕੱਪੜੇ ਨਵੇਂ ਸਵਾ ਲਏ ਆ ਤੇ ਇਹ ਉੱਥੇ ਹਾਜ਼ਰੀ ਜ਼ਰੂਰ ਭਰਨਗੇ, ਭੰਗੜਾ ਭੁੰਗੜਾ ਪੈਣਾ ਹੈ। ਭਾਸਕਰ ਸਾਹਿਬ ਆਪਾਂ ਕਾਹਲੀ ਚ ਆਉਣਾ, ਹੁਣ ਬਹੁਤ ਛੇਤੀ ਮੁਕਾ ਦੇਣਾ ਕੰਮ। ਇੱਕ ਤਾਂ ਹੈ ਕਿ ਵਿਜੀਲੈਂਸ ਕੱਲ ਵਿਜੇ ਇੰਦਰ ਸਿੰਗਲਾ ਨੂੰ 4-4.5 ਘੰਟੇ ਗ੍ਰਿਲ ਕਰਦੀ ਰਹੀ। ਆਪਾਂ ਗ੍ਰਿਲ ਸ਼ਬਦ ਜ਼ਿਆਦਾ ਨਹੀਂ ਵਰਤ ਰਹੇ, ਮੈਨੂੰ ਲੱਗਦਾ ਕੋਈ ਇਹਦਾ ਬਦਲਵਾਂ ਸ਼ਬਦ ਆਪਾਂ ਨੂੰ ਲੱਭਣਾ ਚਾਹੀਦਾ। ਤੇ ਰਿੜਕਦੇ ਵੀ ਠੀਕ ਨਹੀਂ, ਕਿਹੜਾ ਮੱਖਣ ਨਿਕਲਦਾ, ਤੇ ਹੋਰ ਕੋਈ ਕੱਢ ਲੈਨੇ, ਚਲੋ ਪੁੱਛ ਗਿੱਛ ਕਰਦੇ ਰਹੇ, ਛੱਡ ਦਿੰਨੇ ਗੱਲ। ਤੇ ਇਹਦੇ ਨਾਲ ਵਿਜੀਲੈਂਸ ਕੁਝ ਪਲਾਟਸ ਦੇ ਮਾਮਲੇ 'ਚ ਵੀ ਗੱਲ ਕਰ ਰਹੀ ਹੈ। ਇਹ ਛੇਤੀ 'ਚ ਜਾਣਕਾਰੀ ਦੇ ਦਿਓ ਤੇ ਆਖਰ ਤੇ ਨਾਲ ਹੀ ਇਹਦੇ ਜੋੜ ਦਿਓ ਜਿਹੜਾ ਉਹ ਚੁਣਾਵੀ ਬੌਂਡ ਵਗੈਰਾ। ਸੁਪਰੀਮ ਕੋਰਟ ਕਹਿੰਦੀ ਹੈ ਕਿ ਜੇ ਸਾਨੂੰ ਲੱਗਦਾ ਹੈ ਵੀ ਆਪਾਂ ਇਹਨੂੰ ਸੰਵਿਧਾਨਕ ਬੈਂਚ ਦੇ ਹਵਾਲੇ ਕਰ ਦੇਣਾ, ਇਹਦੇ 'ਚ ਕੁਝ ਕੱਢਣ ਪਾਉਣ ਲਈ ਟਰਾਂਸਪੇਰੈਂਸੀ ਦੇ ਰੂਪ 'ਚ ਹੈ ਨਹੀਂ। ਹਾਂਜੀ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਗ੍ਰਿਲ ਸ਼ਬਦ ਜਦ ਜ਼ਿਆਦਾ ਯੂਜ਼ ਕਰਦੇ ਆ ਪੰਜਾਬੀ, ਨਾਰਮਲੀ ਕੋਈ ਪਿਕਨਿਕ ਤੇ ਜਾਈਏ ਤੇ ਮੁਰਗਾ ਜਿਹਾ ਗ੍ਰਿਲ ਕਰਦੇ ਨੇ ਤੇ ਉਹਨੂੰ ਗ੍ਰਿਲ ਕਹਿੰਦੇ ਨੇ, ਪਰ ਵਿਜੀਲੈਂਸ ਦੇ ਵਿੱਚ ਵੀ ਕੁਝ ਏਦਾਂ ਦੀ ਹੀ ਗ੍ਰਿਲਿੰਗ ਹੁੰਦੀ ਹੈ। ਕਰ ਲਓ। ਤੁਸੀਂ ਪੰਜਾਬ ਦੇ ਵਿੱਚ ਕਿਹੜੀ ਬੀਚ ਬਣਾਤੀ ਜੀ? ਪੰਜਾਬੀ ਜਦੋਂ ਕੈਨੇਡਾ 'ਚ ਜਾਂਦੇ, ਅਮਰੀਕਾ 'ਚ ਜਾਂਦੇ, ਯੂਰਪ 'ਚ ਜਾਂਦੇ, ਗੋਆ 'ਚ ਜਾਂਦੇ, ਉੱਥੇ ਕਿਤੇ ਗ੍ਰਿਲ ਗਲੂਰ ਕਰਦੇ। ਹੁਣ ਮੈਨੂੰ ਤੁਸੀਂ ਐਵੇਂ ਪੰਜਾਬ ਦੇ ਵਿੱਚ ਲੱਭਣ ਲਾਤਾ ਵੀ ਕਿਹੜੀ ਨਦੀ ਦੇ ਕੰਢੇ ਤੇ ਬਹਿਣਾ ਜਾ ਕੇ। ਹਾਂਜੀ ਨਹੀਂ, ਇੱਥੇ ਵੀ ਹੋ ਗਿਆ ਸਿਸਟਮ, ਹੁਣ ਗ੍ਰਿਲ ਲੈ ਕੇ ਜਾਂਦੇ ਨੇ ਤੇ ਉਹ ਗ੍ਰਿਲ ਕਰਦੇ ਨੇ। ਹੁਣ ਵਿਜੀਲੈਂਸ ਵਾਲੇ ਨੇ ਵੀ ਕੱਲ ਗ੍ਰਿਲ ਕੀਤਾ। ਵਿਜੇ ਇੰਦਰ ਸਿੰਗਲਾ ਦੀ ਕੱਲ ਵਾਰੀ ਸੀਗੀ, ਉਹ ਗਏ ਸੰਗਰੂਰ ਦੇ ਵਿਜੀਲੈਂਸ ਦਫ਼ਤਰ ਦੇ ਵਿੱਚ ਗਏ, 11:30 ਵਜੇ ਦੇ ਗਏ, 4:30 ਵਜੇ ਵਿਹਲੇ ਹੋਏ।
ਔਰ ਸਵਾਲ ਉਹਨਾਂ ਨੇ ਬਾਹਰ ਨਿਕਲ ਕੇ ਇਹੀ ਗੱਲਾਂ ਕੀਤੀ ਕਿ ਜੋ ਕੁਝ ਪੁੱਛਿਆ ਜਵਾਬ ਦੇਤਾ। ਮੇਰੇ ਤੋਂ ਪੁੱਛਿਆ ਵੀ ਕਿੰਨੀ ਪ੍ਰਾਪਰਟੀ ਹੈ, ਮੇਰੀ ਸਾਰੀ 1 ਨੰਬਰ ਦੀ ਹੈ, 2 ਨੰਬਰ ਦਾ ਮੇਰੇ ਕੋਲ ਕੁਝ ਹੈ ਨਹੀਂ। ਅੱਗੇ ਵੀ ਵਿਜੀਲੈਂਸ ਬੁਲਾਏਗੀ ਤੇ ਮੈਂ ਆਊਂਗਾ, ਬਾਰ-ਬਾਰ ਆਊਂਗਾ, ਵਿਜੀਲੈਂਸ ਨੂੰ ਕੋਆਪਰੇਟ ਕਰੂੰਗਾ। ਪਰ ਇੱਕ ਫਾਰਮ ਉਹਨਾਂ ਨੂੰ ਵੀ ਦਿੱਤਾ ਗਿਆ ਭਰ ਕੇ ਅਗਲੀ ਵਾਰ ਲੈ ਕੇ ਆਣਾ। ਔਰ ਕੁਝ ਠੇਕੇਦਾਰਾਂ ਨੇ ਬਤੌਰ PWD ਮਿਨਿਸਟਰ ਜਦ ਇਹ ਹੁੰਦੇ ਸੀਗੇ, ਉਹਨਾਂ ਦੌਰਾਨ ਜਿਹੜੇ ਕੰਮ ਹੋਏ, ਤੁਹਾਨੂੰ ਯਾਦ ਹੋਏਗਾ ਭਾਰਤ ਭੂਸ਼ਣ ਆਸ਼ੂ ਉਹਨਾਂ ਦੇ ਖਿਲਾਫ ਵੀ ਕੰਪਲੇਂਟਾਂ ਠੇਕੇਦਾਰਾਂ ਨੇ ਕੀਤੀ ਸੀ। ਉਸ ਤੋਂ ਬਾਅਦ ਇਹ 2000 ਕਰੋੜ 3000 ਕਰੋੜ ਹਜੇ ਤੱਕ ਆਸ਼ੂ ਉਹਨਾਂ ਅੰਦਰ ਨੇ। ਪਰ ਚਲੋ ਕੱਲ ਰਿੜਕਿਆ ਗਿਆ, ਗ੍ਰਿਲ ਵੀ ਕੀਤਾ। ਗ੍ਰਿਲ ਕਰਨ ਤੋਂ ਬਾਅਦ ਵਾਪਿਸ ਗ੍ਰਿਲ ਕਰਨ ਵਾਸਤੇ ਅੱਗੋਂ ਕਦੋਂ ਬੁਲਾਉਂਦੇ ਨੇ ਪਤਾ ਨਹੀਂ। ਔਰ ਕੱਲ ਹੀ ਵਿਜੀਲੈਂਸ ਦੇ DGP ਤੇ ਚੀਫ ਡਾਇਰੈਕਟਰ ਵੀ ਕਹਿ ਸਕਦੇ ਆਪਾਂ ਵਰਿੰਦਰ ਕੁਮਾਰ, ਉਹਨਾਂ ਨੇ ਇੱਕ ਚਿੱਠੀ ਚੀਫ ਸੈਕਟਰੀ VK ਜੰਜੂਆ ਨੂੰ ਹੋਰ ਲਿਖੀ ਹੈ ਔਰ ਪਲਾਟਾਂ ਦੇ, ਇੰਡਸਟਰੀਅਲ ਪਲਾਟਾਂ ਦੇ ਅਲਾਟਮੈਂਟ ਦੇ ਬਾਰੇ ਚ ਕੁਝ ਸਵਾਲ ਪੈਦਾ ਕੀਤੇ ਨੇ ਉਹਨਾਂ ਨੇ। ਔਰ ਖਾਸ ਕਰਕੇ ਲੁਧਿਆਣਾ ਦੇ ਵਿੱਚ ਜਿਹੜੀ 600 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਸੀ, ਜਿਹੜੇ ਪਿੰਡ ਸੀਗੇ ਮੁੰਡੀਆਂ ਕਲਾ ਤੇ ਮੁੰਡੀਆਂ ਖੁਰਦ ਤੇ ਫਿਰ ਨਾਂਗਲੀ ਨੀਚੀ ਪਿੰਡ, ਉਹਦੇ ਵਿੱਚ ਜਿਸ ਤਰੀਕੇ ਨਾਲ 600 ਏਕੜ ਐਕਵਾਇਰ ਕਰਕੇ ਬਾਅਦ ਚੋਂ ਇੰਡਸਟਰੀਅਲਿਸਟ ਨੂੰ ਦਿੱਤੇ ਗਏ ਔਰ ਉਸ ਤੋਂ ਬਾਅਦ ਕਲੋਨੀਆਂ ਵਸਾ ਦਿੱਤੀ ਗਈ ਰੈਜ਼ੀਡੈਂਸ਼ੀਅਲ ਪਰਪਸ ਵਾਸਤੇ, ਉਹ ਯੂਜ਼ ਹੋਏ ਬਿਨਾਂ ਚੇਂਜ ਆਫ ਲੈਂਡ ਯੂਜ਼ ਦੇ, ਉਹਦਾ ਵੀ ਜ਼ਿਕਰ ਕੀਤਾ ਹੈ। ਤੇ ਇਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਅਲਾਟਮੈਂਟ ਦਾ ਉਹ ਗੁਲਮੋਹਰ ਟਾਊਨਸ਼ਿਪ ਦੀ ਗੱਲ, ਉਹ ਵੀ ਗੱਲ ਉਹਨਾਂ ਨੇ ਛੇੜੀ ਹੈ ਕਿ ਅਫਸਰਾਂ ਦੇ ਬਿਗ ਪੋਲੀਟੀਸ਼ੀਅਨਸ ਔਰ ਅਫਸਰਾਂ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਜਿਸ ਤਰੀਕੇ ਨਾਲ ਪਲਾਟ ਅਲਾਟ ਕੀਤੇ ਗਏ ਨੇ, ਉਹਦੀ ਇੱਕ ਚੰਗੇ ਤਰੀਕੇ ਨਾਲ ਇਨਵੈਸਟੀਗੇਸ਼ਨ ਹੋਣੀ ਹੈ। ਪਰ ਇਨਵੈਸਟੀਗੇਸ਼ਨ ਹੋਏ ਕਿੱਥੇ? ਯਾਨੀ ਸਵਾਲ ਉੱਥੇ ਹੀ ਖੜਾ ਹੈ। ਪਰ ਇਸ ਮੁੱਦੇ ਦੇ ਉੱਤੇ ਇਹ ਦੂਜੀ ਚਿੱਠੀ ਹੈ ਜਿਹੜੀ ਵਿਜੀਲੈਂਸ ਦੇ DGP ਵਰਿੰਦਰ ਕੁਮਾਰ ਉਹਨਾਂ ਨੇ ਚੀਫ ਸੈਕਟਰੀ VK ਜੰਜੂਆ ਉਹਨਾਂ ਨੂੰ ਲਿਖੀ ਹੈ। ਹੁਣ ਗੱਲ ਤੁਸੀਂ ਸੁਪਰੀਮ ਕੋਰਟ ਦੀ ਵੀ ਕੀਤੀ ਹੈ ਔਰ ਸੁਪਰੀਮ ਕੋਰਟ ਦੇ ਵਿੱਚ ਕੱਲ ਮੁੱਦਾ ਸੀਗਾ ਇਹ ਜਿਹੜੇ ਇਲੈਕਟੋਰਲ ਬੌਂਡਸ ਨੇ। ਇਲੈਕਟੋਰਲ ਬੌਂਡਸ ਦਾ ਜਦ ਵੀ ਜ਼ਿਕਰ ਆਉਂਦਾ ਹੈ ਤੇ ਨਾਲ ਦੇ ਨਾਲ ਭਾਜਪਾ ਦੀ ਤਰਫ ਨਜ਼ਰ ਜ਼ਰੂਰ ਜਾਂਦੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ 12000 ਕਰੋੜ ਥਰੂ ਇਹ ਜਿਹੜੇ ਪੋਲੀਟੀਕਲ ਬੌਂਡਸ ਨੇ ਉਹਨਾਂ ਦੇ ਰਾਹੀਂ ਪੋਲੀਟੀਕਲ ਪਾਰਟੀਆਂ ਨੂੰ ਮਿਲੇ। ਔਰ ਸਭ ਤੋਂ ਜ਼ਿਆਦਾ ਯਾਨੀ ਆਪਾਂ ਕਹੀਏ ਕਿ ਆਲਮੋਸਟ 90% ਜੇ ਭਾਜਪਾ ਨੂੰ ਵੀ ਮਿਲੇ ਨੇ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਇਹ ਮੁੱਦਾ ਆਏ। ਔਰ ਸੁਪਰੀਮ ਕੋਰਟ ਦੇ ਮੁੱਖ ਚੀਫ ਜਸਟਿਸ ਜਿਹੜੇ DY ਚੰਦਰਚੂੜ ਨੇ, ਉਹਨਾਂ ਨੇ ਤਾਂ ਇਹ ਵੀ ਕਹਿਤਾ ਹੈ 11 ਅਪ੍ਰੈਲ ਨੂੰ ਅਸੀਂ ਇਹ ਡਿਸਾਈਡ ਕਰਾਂਗੇ ਕਿ ਇਹ ਕਨਸਟੀਟਿਊਸ਼ਨ ਬੈਂਚ ਨੂੰ ਇਹ ਮਾਮਲਾ ਰੈਫਰ ਕਰ ਦਿੱਤਾ ਜਾਏ ਕਿ ਨਹੀਂ। ਅਗਰ ਇਹ ਕਨਸਟੀਟਿਊਸ਼ਨ ਨੂੰ ਬੈਂਚ ਨੂੰ ਇਹ ਮਾਮਲਾ ਰੈਫਰ ਕਰ ਦਿੱਤਾ ਗਿਆ ਤੇ ਫਿਰ ਜਿਨ੍ਹਾਂ ਪੋਲੀਟੀਕਲ ਪਾਰਟੀਆਂ ਕੋਲ ਪੈਸਾ ਬਹੁਤਾ ਇਕੱਠਾ ਹੋ ਗਿਆ ਉਹਨਾਂ ਦੀ ਅੱਗੇ ਚੱਲ ਕੇ ਕੋਈ ਮੁਸੀਬਤਾਂ ਵੱਧ ਸਕਦੀ। ਇੰਦਰਪ੍ਰੀਤ ਜੀ, ਆਖਰੀ ਟਿੱਪਣੀ ਕੋਈ ਦੇ ਦਿਓ ਇਹਦੇ ਉੱਤੇ, ਕਿਉਂਕਿ ਆਮ ਤੌਰ ਤੇ ਇਹਦੇ ਵਿੱਚ ਕੁਝ ਵੀ ਪਤਾ ਨਹੀਂ ਲੱਗਦਾ ਵੀ ਕੌਣ ਪੈਸੇ ਦੇ ਗਿਆ, ਕਿੱਦਾਂ ਦੇ ਗਿਆ। ਇਹਦੇ ਵਿੱਚ ਬਹੁਤ ਓਹਲਾ ਰੱਖਿਆ ਗਿਆ। ਸਿਆਸੀ ਪਾਰਟੀਆਂ ਆਪਣੇ ਘਰ ਲਈ ਬੜੀਆਂ ਸੁਚੇਤ ਹੁੰਦੀਆਂ ਨੇ ਕਿ ਆਪਾਂ ਕਿੱਥੋਂ ਬਚ ਕੇ ਲੰਘਣਾ। ਫਿਰ ਸਾਰੇ ਇਕੱਠੇ ਹੋ ਜਾਂਦੇ ਆ, ਕਿਧਰੇ ਇਹਨਾਂ ਨੇ ਆਪਣੀ ਤਨਖਾਹ ਵਧਾਉਣੀ, ਭੱਤੇ ਵਧਾਉਣੇ, ਕੁਝ ਕਰਨਾ, ਕੋਈ ਨਹੀਂ ਕੁਛਦਾ, ਸਾਰੇ ਇੱਕ ਸਿੰਗਲ ਸੇਮ ਪੇਜ ਤੇ ਆ ਜਾਂਦੇ। ਬਿਲਕੁਲ ਰੰਧਾਵਾ ਸਾਹਿਬ, ਇਹਦੇ ਵਿੱਚ ਨਾ ਦੇਖੋ ਜਿਹੜਾ ਇਹ ਇਸ਼ੂ ਹੈ ਇਹ ਇਸ ਗੱਲ ਲਈ ਤਾਂ ਇੰਪੋਰਟੈਂਟ ਹੈ ਹੀ ਹੈ ਕਿ ਇਹ ਪੈਸਾ ਕਿੱਥੋਂ ਆ ਰਿਹਾ, ਕੌਣ ਦੇ ਰਿਹਾ ਹੈ। ਸਵਾਲ ਇਸ ਗੱਲ ਦਾ ਵੀ ਹੈਗਾ ਕਿ ਇਹਨੂੰ ਇੰਨਾ ਲੁਕੋ ਕੇ ਕਿਉਂ ਰੱਖਿਆ ਜਾ ਰਿਹਾ ਹੈ। ਇਹ ਇਸ ਕਰਕੇ ਹੈ ਕਿਉਂਕਿ ਮੈਂ ਪਿਛਲੇ ਕਾਫੀ ਟਾਈਮ ਤੋਂ ਚੋਣ ਸੁਧਾਰ ਦੀਆਂ ਗੱਲਾਂ ਚੱਲ ਰਹੀਆਂ ਨੇ, ਲੇਕਿਨ ਉਸਦੇ ਕੁਝ ਹੋ ਨਹੀਂ ਰਿਹਾ। ਇਲੈਕਸ਼ਨ ਤੁਸੀਂ ਦੇਖੋ ਇੰਨੇ ਕੁ ਮਹਿੰਗੇ ਕਰਤੇ, ਇਸ ਚੱਕਰ ਦੇ ਵਿੱਚ ਇਲੈਕਸ਼ਨ ਇੰਨੇ ਕੁ ਮਹਿੰਗੇ ਹੋ ਗਏ ਹੈ ਕਿ ਇੱਕ ਕੋਈ ਮਾਤੜ ਸਾਥੀ ਤਾਂ ਮੈਨੂੰ ਲੱਗਦਾ ਇਲੈਕਸ਼ਨ ਲੜਨ ਤੋਂ ਹੀ ਕਤਰਾਉਣ ਲੱਗ ਗਿਆ। ਜਿਹੜਾ ਕੋਈ ਚੰਗਾ ਬੰਦਾ ਹੁੰਦਾ ਹੈ ਉਹ ਲੜਨ ਤੋਂ ਹੀ ਕਤਰਾਉਂਦਾ ਕਿ ਮੈਂ ਇੰਨਾ ਪੈਸਾ ਖਰਚ ਹੀ ਨਹੀਂ ਕਰ ਸਕਦਾ ਜਿੰਨਾ ਇਲੈਕਸ਼ਨ ਮਹਿੰਗਾ ਕਰਤਾ ਗਿਆ। ਤਾਂ ਇਹ ਮੈਨੂੰ ਇਹ ਲੱਗਦਾ ਕਿ ਉਸ ਧੜੇ ਨੂੰ ਇੱਕ ਬਾਹਰ ਰੱਖਣ ਦੀ ਹੋਈ ਗੱਲ ਹੈ, ਤਾਂ ਕਿ ਇੱਕ ਫਿਰ ਆਪਣੇ ਖਾਸ ਵਿਅਕਤੀਆਂ ਨੂੰ ਹੀ ਇਲੈਕਸ਼ਨ ਲੜਾਇਆ ਜਾਏ ਜਾਂ ਆਪਣੇ ਪੁੱਤ ਪੋਤਿਆਂ ਨੂੰ ਇਲੈਕਸ਼ਨ ਲੜਾਇਆ ਜਾਏ, ਬਾਕੀ ਦੇ ਬਾਹਰ ਰਹਿਣ। ਤਾਂ ਇਹਦੇ ਨਾਲ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਸਿਸਟਮ ਹੈ, ਲੋਕਤੰਤਰ ਵਾਲਾ ਜਿਹੜਾ ਡੈਮੋਕ੍ਰੈਟਿਕ ਸਿਸਟਮ ਹੈ, ਇਹਦੇ 'ਚ ਬਹੁਤ ਗੜਬੜ ਹੋ ਗਈ ਹੈ। ਇਹਨੂੰ ਠੀਕ ਕਰਨ ਦੀ ਲੋੜ ਹੈ। ਔਰ ਜਿਹੜਾ ਚੀਫ ਜਸਟਿਸ ਨੇ ਕਿਹਾ ਹੈ ਕਿ ਇਹਨੂੰ ਕਨਸਟੀਟਿਊਸ਼ਨਲ ਬੈਂਚ ਨੂੰ ਦੇ ਦਿੱਤਾ ਜਾਏ, ਮੇਰੀ ਇੱਕ ਅਪੀਲ ਰਹੂਗੀ ਕਿ ਇਹ ਇਕੱਲਾ ਇਹੀ ਇਸ਼ੂ ਨਾ ਦਿੱਤਾ ਜਾਏ, ਚੋਣ ਸੁਧਾਰ ਦਾ ਪੂਰਾ ਜਿਹੜਾ ਸਿਸਟਮ ਹੈ ਉਹਨੂੰ ਹੀ ਦਿੱਤਾ ਜਾਏ। ਕਿਉਂ ਨਹੀਂ? ਅਸੀਂ ਬਾਕੀ ਸਾਰਾ ਖਰਚਾ ਤਾਂ ਕਰਦੇ ਹੀ ਹੈ, ਸਰਕਾਰ ਹੀ ਕਰਦੀ ਹੈ। ਇੱਕ ਪ੍ਰਚਾਰ ਦਾ ਹੀ ਇਹੀ ਕਰਦੇ ਨੇ, ਉਹਦਾ ਵੀ ਖਰਚਾ ਫਿਰ ਸਰਕਾਰ ਹੀ ਚੁੱਕ ਲੇ, ਤਾਂ ਕਿ ਘੱਟੋ ਘੱਟ ਇਹਨਾਂ ਨੂੰ ਤਾਂ ਨਾ ਹੋਵੇ ਨਾ ਵੀ ਇਹ ਪੈਸੇ ਖਰਚ ਕਰ ਰਹੇ ਆ। ਤਾਂ ਫਿਰ ਸਾਰੇ ਇੱਕ ਲੈਵਲ ਪਲੇਇੰਗ ਫੀਲਡ ਤੇ ਖੇਲਣਗੇ, ਜਿਹਦੇ 'ਚ ਦਮ ਹੋਊਗਾ ਉਹ ਜਿੱਤੇਗਾ। ਇਹ ਸਰਕਾਰਾਂ ਆਮ ਤੌਰ ਤੇ ਕਰਦੀਆਂ ਹੁੰਦੀਆਂ। ਸਾਡੇ ਵੀ ਇੱਥੇ ਜਿਹੜੇ ਵਰਗ ਨੂੰ ਉਹਨਾਂ ਨੇ ਵੱਡਾ ਕਰਨਾ ਹੈ, ਇੱਥੇ ਪੰਜਾਬ ਦੇ ਵਿੱਚ ਤੁਸੀਂ ਠੇਕਿਆਂ ਦੀ ਗੱਲ ਕਰ ਲਓ, ਸ਼ਰਾਬ ਦੇ ਠੇਕਿਆਂ ਦੀ, ਰੈਵਨਿਊ ਦੇ ਨਾਂ ਤੇ ਕਿੱਡੇ ਵੱਡੇ ਬੰਦਿਆਂ ਲਈ ਸਿਰਫ ਐਂਟਰੀ ਰਹਿ ਗਈ, ਛੋਟੇ ਬੰਦਿਆਂ ਲਈ ਹੈ ਹੀ ਨਹੀਂ।
ਪਹਿਲਾਂ ਬੱਸਾਂ ਦੇ ਪਰਮਿਟ ਜਾਰੀ ਕਰਨ ਤੋਂ ਲੈ ਕੇ ਵੱਡੀਆਂ ਕੰਪਨੀਆਂ ਤੱਕ ਹੀ ਸੀਮਿਤ ਹੋ ਗਿਆ ਇਹ ਸਾਰਾ ਕੁਝ। ਫਿਰ ਤੁਸੀਂ ਜੇਕਰ PWD ਜਾਂ ਬਾਕੀ ਵੱਡੇ ਵੱਡੇ ਅਦਾਰੇ ਜਿਹੜੇ ਸੜਕਾਂ ਬਣਾਉਣ ਦੇ ਠੇਕੇ ਦਿੰਦੇ ਆ, ਉਹ ਛੋਟੇ ਪੱਧਰ ਤੇ ਕੰਮ ਵਾਲਿਆਂ ਨੂੰ ਲਾਗੇ ਨਹੀਂ ਫਟਕਣ ਦਿੰਦੇ। ਸੋ ਮੈਨੂੰ ਇੰਝ ਲੱਗਦਾ ਕਿ ਇਸ ਤਰ੍ਹਾਂ ਦਾ ਵਰਗ ਸਾਡੀ ਇਸ ਤਰ੍ਹਾਂ ਦੀ ਸਿਸਟਮ ਦੇ ਵਿੱਚੋਂ ਪੈਦਾ ਕਰ ਲਿਆ ਗਿਆ, ਜਿਹੜਾ ਇੱਕ ਦੂਜੇ ਦਾ ਮੁੜ ਕੇ ਪਿੱਠ ਥਾਪੜੀ ਜਾਂਦੇ ਆ, ਇੱਕ ਦੂਜੇ ਨੂੰ ਫੇਵਰ ਕਰੀ ਜਾਂਦੇ ਆ। ਪਰ ਮੈਨੂੰ ਲੱਗਦਾ ਨਹੀਂ ਇਹ ਟੁੱਟਣ ਵਾਲਾ। ਇਹ ਨੈਕਸਸ ਨੇ, ਇਹ ਨੈਕਸਸ ਕਿਸੇ ਹੋਰ ਰੂਪ ਚ ਪੇਸ਼ ਹੋ ਜਾਂਦੇ ਆ, ਤੁਸੀਂ ਪਹਿਲਾਂ ਤੋੜ ਦਿਓ। ਲੋਕਾਂ ਨੂੰ ਤਾਂ ਐ ਹੀ ਆਪਣੀ ਰੋਜੀ ਰੋਟੀ ਲਈ ਲੜਨਾ ਪੈਣਾ ਤੇ ਲੜਦੇ ਰਹਿਣਗੇ। ਬਾਕੀ ਇਹੋ ਜਿਹੀਆਂ ਸਟੋਰੀਜ਼ ਸੁਣ ਕੇ ਤੁਸੀਂ ਦਿਲ ਪਰਚਾਵਾ ਕਰਦੇ ਰਹੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ। ਥੈਂਕ ਯੂ।